कॉलोसियन चैप्टर 1 वर्स 24। अब मैं उन दुखों के सबब से जो खुश हूँ जो तुम्हारी खातिर उठाता हूँ, और मसीह की मुसीबत की कमी उसके बदन यानी कलीसिया की खातिर अपने जिस्म में पूरी किए देता हूँ, जिसका मैं खुदा के उस इंतज़ाम के मुताबिक खादम बना जो तुम्हारे वास्ते मेरे सुपुर्द हुआ, ताकि मैं खुदा के कलाम की पूरी मुनादी करूं, यानी उस भेद की जो तमाम ज़मानों और पुश्तों से पोशीदा रहा, लेकिन अब उसके उन मुकद्दसों पर ज़ाहिर हुआ जिन पर खुदा ने ज़ाहिर करना चाहा, कि गैर कौमों में उस भेद के जलाल की दौलत कैसी कुछ है, और वो ये है कि मसीह जो जलाल की उम्मीद है तुम में रहता है, जिसकी मुनादी करके हम हर एक शख्स को नसीहत करते और हर एक को कमाल दानाई से तालीम देते हैं, ताकि हम हर शख्स को मसीह में कामल करके पेश करें। और इसीलिए मैं उसकी उस कुव्वत के मुआफिक जाँफशानी से मेहनत करता हूँ जो मुझ में ज़ोर से असर करती है। आमीन। बहुत ही खूबसूरत पैसेज है। ये स्पैशली पॉल दस रहा कि मेरी अपनी खिदमत के बारे कि मसीह दे खादम की हैसियत नाल मेरा काम, मसीह दे खादम की हैसियत नाल जो उसने खिदमत की ਉਹਦੇ बारे चो सानू दसेगा। असी देखा अब मैं उन दुखों के सबब से खुश हूँ। पहले तो असी ਇਹਦਾ टाइटल अगर ਤੁਹਾਡੇ भी मेरा बाइबल च लिखा होना कि मसीह दा की ਅਕਲੂਸ ਦੀ ਵਿਸ਼ਵਾਸ ਸੰਗਤ ਲਈ ਸੇਵਾ। हाँ सेवा करना, ਸਰਵੈਂਟ ठीक है। लेकिन मैं ना पिछली आयत तो मैं स्टार्ट करांगा ਉਹਦੀ आखिरी जड़ी आखिरी हिस्सा पिछली आयत जड़ी है 23 वर्स जड़ी है, पढ़ो जरा तुसी। ਹੁਣ ਕੇਵਲ ਤੁਸੀਂ ਆਪਣੇ ਵਿਸ਼ਵਾਸ ਵਿੱਚ ਹੋਰ ਅੱਗੇ ਵਧੋ ਅਤੇ ਅਟਲ ਰਹੋ, ਆਪਣੀ ਉਸ ਉਮੀਦ ਨੂੰ ਨਾ ਛੱਡੋ ਜੋ ਤੁਹਾਨੂੰ ਸ਼ੁਭ ਸਮਾਚਾਰ ਦੇ ਸੁਣਨ ਦੁਆਰਾ ਮਿਲੀ ਹੈ। ਇਸ ਸ਼ੁਭ ਸਮਾਚਾਰ ਦਾ ਪ੍ਰਚਾਰ ਆਕਾਸ਼ ਹੇਠ ਪਰਮੇਸ਼ਰ ਦੀ ਸਭ ਰਚਨਾ ਵਿੱਚ ਕੀਤਾ ਗਿਆ ਹੈ, ਅਤੇ ਮੈਂ ਪਲੂਸ ਇਸੇ ਦਾ ਸੇਵਾਦਾਰ ਥਾਪਿਆ ਗਿਆ ਹਾਂ। ਠੀਕ ਹੈ, ਜਿਹੜਾ ਤੁਸੀਂ ਕਹਿਣਾ ਆਖਰ ਤੇ ਮੈਂ ਪਲੂਸ उसी का खादम बना। तुसी पंजाबी जी की पढ़िया? सेवादार की तुसी एक लफ्ज बोलिया सी सेवादार थापिया गया। ए इंग्लिश से अगर असीं पढ़ीए तो ये वे कि ऑफ विच आई पॉल बिकेम अ मिनिस्टर यानी कि ਇੱਥੇ इंज लगता है कि जिवें मैं खादम बनिया, लेकिन तुहाडी पंजाबी च लगता है कि जिवें ਉਹਨੂੰ ਕਿਸੇ ਨੇ ਜੌਬ ਦਿੱਤੀ ਉਹਨੇ ਆਪੇ ਨਹੀਂ ਲਈ, ਆਪੇ ਨਹੀਂ ਮੈਂ ਬਣਿਆ, ਮੈਨੂੰ ਇਹ ਕੰਮ ਦਿੱਤਾ ਗਿਆ, ਥਾਪਿਆ ਗਿਆ। ਜਿਵੇਂ ਮੇਰੇ ਉੱਤੇ ਜਿਵੇਂ ਕਹਿੰਦੇ ਤੂੰ ਤੇ ਮੇਰੇ ਥਾਪ ਹੀ ਦਿੱਤਾ ਹੈ ਕੰਮ, ਯਾਨੀ ਕਿ ਆਪਣੀ ਮਰਜ਼ੀ ਨਾਲ ਜਦੋਂ ਕਰਦੇ ਉਦੋਂ ਥਾਪਿਆ ਨਹੀਂ ਤੁਸੀਂ ਕਹਿੰਦੇ ਹੈ ਨਾ, ਤੇ ਬੜਾ ਅੱਛਾ ਹੈ। ਲੇਕਿਨ ਅਗਰ ਅਸੀਂ ਦੂਸਰੇ ਅਗਰ ਟਰਾਂਸਲੇਸ਼ਨ ਇੰਗਲਿਸ਼ ਦੀਆਂ ਪੜ੍ਹਨੇ ਤੇ ਉਹਦੇ 'ਚ ਵੀ ਲਿਖਿਆ ਕਿ ਆਈ ਹੈਵ ਬੀਨ ਮੇਡ, ਮੈਨੂੰ ਕਿਸੇ ਨੇ ਬਣਾਇਆ ਉਹ ਸਰਵੈਂਟ ਖਾਦਮ, मैं आपे नहीं बनया। ਇਹਦੇ 'ਚੋਂ ਜਿਹੜਾ ਲਫ਼ਜ਼ ਯੂਜ਼ ਕੀਤਾ ਨਾ ਇਹ ਖਾਦਮ ਤੇ ਸੇਵਾਦਾਰ ਜਿਹੜਾ ਤੁਸੀਂ ਲਫ਼ਜ਼ ਯੂਜ਼ ਕੀਤਾ ਤੇ ਇੰਗਲਿਸ਼ 'ਚ ਜਿਹਨੂੰ ਮਿਨਿਸਟਰ ਕਿਹਾ ਗਿਆ, ਅੱਜ ਅਸੀਂ ਇਸ ਲਫ਼ਜ਼ ਨੂੰ ਅਗਰ ਸੁਣਨੇ ਆ ਮਿਨਿਸਟਰ ਤੇ ਉਹ ਬੜਾ ਇੱਕ ਹਾਈ ਜੌਬ 'ਚ ਐਲੀਵੇਟ ਕਰਕੇ ਕੀਤਾ ਗਿਆ, ਲੇਕਿਨ ਅਸਲ ਜਿਹੜਾ ਇਹਦਾ ਮਤਲਬ ਹੈ ਨਾ ਜਿੱਥੋਂ ਲਿਆ ਗਿਆ ਬਾਈਬਲ ਦੇ ਵਿੱਚੋਂ ਮਿਨਿਸਟਰ, ਤੇ ਇਹ ਉਹਦਾ ਮਤਲਬ ਹੈ ਗ੍ਰੀਕ ਦੇ ਵਿੱਚ ਦਿਆਕਨਾਸ ਲਫ਼ਜ਼ ਹੈ, ਤੇ ਜਿਹੜਾ ਲਤੀਨੀ ਦਾ ਲਫ਼ਜ਼ ਉਹ 'ਚ ਲਿਖਿਆ ਗਿਆ ਜਿਹਦਾ ਮਤਲਬ ਤੋਂ ਲਿਆ ਗਿਆ, ਉਹਦਾ ਮਤਲਬ ਹੈ ਨੌਕਰ, ਬਿਲਕੁਲ ਆਮ ਨੌਕਰ। ਤੇ ਇੱਥੋਂ ਹੁਣ ਨਵਾਂ ਸਟੈਪ ਸ਼ੁਰੂ ਹੁੰਦਾ ਜਿੱਥੋਂ ਉਹਨੂੰ ਕਿ ਕਾਮਨ ਸਰਵੈਂਟ, ਇੱਕ ਆਮ ਜਿਹਾ ਸਰਵੈਂਟ, ਇੱਕ ਆਮ ਇਹਦੇ 'ਚ ਇਹ ਜਿਹੜਾ ਦਿਆਕਨਾਸ ਲਫ਼ਜ਼ ਹੈ ਜਿੱਥੋਂ ਡੀਕਨ ਨਿਕਲਿਆ। ਤੁਸੀਂ ਡੀਕਨ ਦਾ ਲਫ਼ਜ਼ ਸੁਣਿਆ ਨਾ, ਤੇ ਤੁਸੀਂ ਅਗਰ ਦੇਖੋ ਕਿ ਪੌਲ ਜਿਹੜਾ
ਫ੍ਰੀਕੁਐਂਟਲੀ ਬਾਰ-ਬਾਰ ਇਹੋ ਜਿਹਾ ਲਫ਼ਜ਼ ਯੂਜ਼ ਕਰਦਾ ਕਿ ਮੈਂ ਯਿਸੂ ਦਾ ਖਾਦਮ। ਜਦੋਂ ਵੀ ਆਪਣਾ ਖਤ ਸ਼ੁਰੂ ਕਰਦਾ ਹੈ, ਐਂਡ ਕਰਦਾ ਹੈ, ਤੇ ਉਹ ਇਸ ਤਰ੍ਹਾਂ ਦੇ ਲਫ਼ਜ਼ ਇਸਤੇਮਾਲ ਕਰਦਾ ਹੈ ਕਿ ਮੈਂ ਖਾਦਮ, ਮੈਂ ਬੰਦਾ ਮਸੀਹ ਦਾ। ਤੇ ਉਹਦੇ ਜਿਹੜੇ ਜਿੰਨੇ ਵੀ ਖਤ ਨੇ ਤੁਸੀਂ ਉਹਦੇ 'ਚ ਇਹੋ ਜਿਹਾ ਜ਼ਿਕਰ ਪਾਓਗੇ। ਮੈਂ ਇਹਦੇ 'ਤੇ ਗੌਰ ਕਰ ਰਿਹਾ ਸਾਂ ਕਿ ਇਹ ਖਾਦਮ ਦਾ ਜਿਹੜਾ ਲਫ਼ਜ਼ ਹੈ ਉਹ ਕਹਿੰਦਾ ਹੈ ਕਿ ਇਹ ਉਹਦਾ ਮਤਲਬ ਹੈ ਕਿ ਆਮ ਜਿਵੇਂ ਇੱਕ ਟੇਬਲ ਵੇਟਰ ਹੁੰਦਾ, ਨੋਟ ਈਵਨ ਵੇਟਰ, ਇੱਕ ਤੇ ਵੇਟਰ ਹੁੰਦਾ ਨਾ, ਉਹ ਆਰਡਰ ਲੈਂਦਾ ਤੇ ਜਾ ਕੇ ਦੱਸਦਾ, ਉਹ ਅਸਿਸਟੈਂਟ ਵੇਟਰ ਹੈ ਜਿਹਦੇ ਵਾਸਤੇ ਇਹ ਲਫ਼ਜ਼ ਯੂਜ਼ ਕੀਤਾ ਜਾਂਦਾ ਹੈ, ਜਿਹੜਾ ਖਾਣਾ ਲਿਆ ਕੇ ਰੱਖਦਾ ਤੇ ਬਾਅਦ 'ਚ ਗੰਦੀਆਂ ਪਲੇਟਾਂ ਚੁੱਕਦਾ, ਗੰਦੇ ਬਰਤਨ ਚੁੱਕਦਾ। ਇਹ ਉਸ ਬੰਦੇ ਦਾ ਜ਼ਿਕਰ ਕਰਦਾ ਕਿ ਇਹ ਉਹ ਜਿਹਾ ਨੌਕਰ ਸੀ ਕਿ ਡਰਟੀ ਜਿਹੜੀਆਂ ਬਰਤਨ ਨੇ ਉਹਨੂੰ ਉਠਾਉਣਾ ਵਰਤ, ਬਲਕਿ ਇਹਨੂੰ ਰੀਅਲ ਸੈਂਸ 'ਚ ਕਹਿ ਸਕਦੇ ਹੋ ਕਿ ਅਨਸਕਿਲਡ ਸਰਵੈਂਟ, ਅਨਸਕਿਲਡ ਡਿਊਟੀ, ਜਿਹਦੇ 'ਚ ਸਕਿਲਡ ਕੋਈ ਨਹੀਂ ਹੈ, ਆਮ ਜਿਹੜਾ ਕੋਈ ਵੀ, ਯਾਨੀ ਕਿ ਉਹਨੂੰ ਆਮ ਹੀ ਸਮਝਿਆ ਜਾਂਦਾ ਹੈ। ਬਹੁਤ ਹੰਬਲ ਦੱਸਿਆ ਗਿਆ, ਮਤਲਬ ਮੈਂ ਮਾਸੂਮ ਜਿਹਾ ਸਮਝ ਲਓ, ਜਿਸ ਤਰ੍ਹਾਂ ਨੇ ਇੱਕ ਉਹ ਆਪਣੇ ਆਪ ਨੂੰ ਦੱਸਦਾ ਹੈ, ਇਹ ਦਰਜਾ ਦਿੰਦਾ ਹੈ। ਜਦੋਂ ਆਪਣੇ ਵਾਸਤੇ ਕੋਈ ਲਫ਼ਜ਼ ਯੂਜ਼ ਕਰਦਾ ਨਾ, ਈਵਨ ਖਾਦਮ ਦਾ ਜਾਂ ਸਰਵੈਂਟ ਦਾ, ਤੇ ਉਹ ਕੋਈ ਹਾਈ ਡੈਜ਼ਿਗਨੇਸ਼ਨ ਨਹੀਂ ਸ਼ੋ ਕਰਦਾ, ਉਹ ਇਹੋ ਜਿਹਾ ਗ੍ਰੀਕ ਦਾ ਵਰਡ ਯੂਜ਼ ਕਰਦਾ ਜਿਹਦਾ ਮਤਲਬ ਹੈ ਅਸਿਸਟੈਂਟ, ਮਤਲਬ ਨੋਟ ਈਵਨ ਰੀਅਲ ਵੇਟਰ। ਤੇ ਇੱਕ ਜਗ੍ਹਾ 'ਚ ਬਲਕਿ ਉਹ ਯੂਜ਼ ਕਰਦਾ ਹੈ ਜਿਹਦਾ ਮਤਲਬ ਹੈ, ਉਹ ਕਹਿੰਦਾ ਹੈ ਕਿ ਮੈਂ ਬੌਂਡ ਸਰਵੈਂਟ ਹਾਂ, ਜਿਹਦੇ 'ਚ ਗ੍ਰੀਕ ਦਾ ਲਫ਼ਜ਼ ਆਇਆ ਡੁਲਾਸ, ਤੇ ਉਹਦਾ ਮਤਲਬ ਹੁੰਦਾ ਹੈ ਕਿ ਜਿਹੜਾ ਸਬਮਿਟਿਵ ਹੈ, ਜਿਹਨੇ ਸਬਮਿਟਿਵ ਕੀਤਾ ਆਪਣੇ ਆਪ ਨੂੰ, ਕਿਸੇ ਦੇ ਅੰਡਰ ਕਰ ਦਿੱਤਾ, ਉਹ ਵਾਲਾ ਸਰਵੈਂਟ। ਮੇਰੇ ਚੇਤੇ ਸੰਦੇਸ਼ ਪਾਕ ਲਿਖਿਆ ਹੋਇਆ, ਹਾਂਜੀ। ਲੇਕਿਨ ਡਿਆਕਨਾਸ ਜਿਹੜਾ ਕਾਮਨ ਸਰਵੈਂਟ, ਡੁਲਾਸ ਜਿਹੜਾ ਵੇ ਉਹਦਾ ਮਤਲਬ ਹੈ ਸਬਮਿਸਿਵ ਸਰਵੈਂਟ। ਬਲਕਿ ਇੱਕ ਜਗ੍ਹਾ ਤੇ 2 ਕਰੰਥੀਆਂ 'ਚ ਉਹ ਕਹਿੰਦਾ ਹੈ ਕਿ ਅਸੀਂ ਤੇ ਉਹ ਮਿੱਟੀ ਦੇ ਬਰਤਨ ਆ, ਮਿੱਟੀ ਦੇ ਬਰਤਨਾਂ ਦਾ ਜ਼ਿਕਰ ਆਉਂਦਾ ਕਲੇ ਪਾਟ, ਯਾਨੀ ਕਿ ਬਿਲਕੁਲ ਆਮ ਜੇ ਬਰਤਨ ਜਿਹੜੇ ਟੁੱਟ ਵੀ ਸਕਦੇ ਨੇ, ਲੇਕਿਨ ਉਹ ਦੱਸਦਾ ਹੈ ਕਿ ਮਿੱਟੀ ਦੇ ਬਰਤਨਾਂ 'ਚ ਖਜ਼ਾਨਾ ਖੁਦਾ ਨੇ ਰੱਖ ਦਿੱਤਾ ਹੈ। ਤੇ ਅਸੀਂ ਉਹ ਆਪਣੇ ਆਪ ਨੂੰ, ਮੈਂ ਸਮਝਦਾ ਕਿ ਕਈ ਵਾਰੀ ਲੋਕੀ ਜਦੋਂ ਥੋੜਾ ਜਿਹਾ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪੋਜੀਸ਼ਨ ਮਿਲਦੀ ਹੈ ਤੇ ਉਹ ਆਪਣੇ ਆਪ ਨੂੰ ਐਲੀਵੇਟ ਕਰਦੇ ਨੇ, ਆਪਣੇ ਆਪ ਨੂੰ ਬੜਾ ਸਮਝਣਾ ਸ਼ੁਰੂ ਕਰਦੇ ਨੇ। ਲੇਕਿਨ ਪੌਲੁਸ ਰਸੂਲ ਜਿਹੜਾ ਪਹਿਲੇ ਸਗੋਂ ਉਹਦੀ ਕੋਈ ਪੋਜੀਸ਼ਨ ਸੀ, ਜਦੋਂ ਖੁਦਾਵੰਦ ਦੇ ਵਿੱਚ ਆਉਂਦਾ ਹੈ ਤੇ ਉਹ ਆਪਣੇ ਆਪ ਨੂੰ ਬੜਾ ਹੰਬਲ ਸਰਵੈਂਟ, ਬਲਕਿ ਇੱਥੇ ਜਿਹੜੀ ਸਰਵੈਂਟ ਮੈਂਟੈਲਿਟੀ, ਅਗਰ ਤੁਸੀਂ ਉਹਦਾ ਅਸੀਂ ਸਟੱਡੀ ਕਰ ਚੁੱਕੇ ਹਾਂ ਕਰੰਥੀਅਨ ਚੈਪਟਰ 1 ਤੇ ਚੈਪਟਰ 2, ਕਰੰਥੀਅਨਸ 1 ਐਂਡ ਕਰੰਥੀਅਨਸ 2 ਵੀ ਕਰ ਚੁੱਕੇ ਹਾਂ। ਉਹ ਖਾਸ ਉਹਦੇ 'ਚ ਅਗਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਤੇ ਉਹਦੀ ਮੈਂਟੈਲਿਟੀ ਜਿਹੜੀ ਉਹ ਸਰਵੈਂਟ ਮੈਂਟੈਲਿਟੀ ਤੁਹਾਨੂੰ ਨਜ਼ਰ ਆਏਗੀ, ਆਪਣੇ ਆਪ ਨੂੰ ਹਮੇਸ਼ਾ ਸਰਵੈਂਟ ਛੋਟਾ ਸਮਝਦਾ। ਹਾਂਜੀ, ਯਾਨੀ ਕਿ ਆਪਣੇ ਆਪ ਨੂੰ, ਬਲਕਿ ਇੱਕ ਜਗ੍ਹਾ ਤੇ ਉਹ ਜਦੋਂ ਕਹਿੰਦਾ ਹੈ ਕਿ ਦੱਸਦਾ ਹੈ ਕਿ ਮੈਂ ਤੇ ਉਸ ਪਹਿਲੇ ਖੁਦਾਵੰਦ ਯਿਸੂ ਮਸੀਹ ਜ਼ਾਹਿਰ ਹੋਏ ਤੇ ਕਿੰਨਾ ਉੱਤੇ ਹੋਏ, ਪਹਿਲੇ 12 ਸ਼ਾਗਿਰਦਾਂ ਉੱਤੇ ਜ਼ਾਹਿਰ ਹੋਏ, ਫਿਰ 500 ਤੇ ਹੋਏ, ਫਿਰ ਆਪਣੇ ਭਰਾ ਤੇ ਹੋਏ, ਫਿਰ ਇਸ ਤਰ੍ਹਾਂ ਕਰਕੇ, ਲੇਕਿਨ ਸਭ ਤੋਂ ਆਖਰ 'ਚ ਮੇਰੇ ਤੇ ਜ਼ਾਹਿਰ ਹੋਏ, ਜਿਹੜਾ ਅਧੂਰੇ ਦਿਨਾਂ ਦੀ ਪੈਦਾਇਸ਼, ਅਧੂਰੇ ਦਿਨਾਂ ਦੀ ਪੈਦਾਇਸ਼ ਦੇ ਬਾਰੇ 'ਚ ਉਹ ਬਲਕਿ ਲਿਖਦਾ ਹੈ ਕਿ ਮੈਂ ਜਦੋਂ ਡਿਊ ਟਾਈਮ ਤੋਂ ਪਹਿਲੇ ਜਿਹੜਾ ਪੈਦਾਇਸ਼ ਹੋ ਜਾਂਦੀ ਹੈ, ਮੇਰਾ ਦਰਜਾ ਉਂਝਦਾ ਹੈ ਕਿ ਜਿਹਨੂੰ ਕਹਿ ਸਕਦੇ ਹੋ ਕਿ ਡੈਡ ਫੀਟਸ ਕਰਕੇ ਉਹਨੇ ਜ਼ਿਕਰ ਕੀਤਾ ਕਿ ਮੈਂ ਇੱਕ ਇਹੋ ਜਿਹੀ ਸ਼ੈ ਸਾਂ ਜਿਹੜਾ ਕੋਈ ਅਹਿਮੀਅਤ ਨਹੀਂ ਰੱਖਦਾ। ਤੇ ਮੈਂ ਸਮਝਦਾ ਕਿ ਖੁਦਾ ਨੇ ਉਹਨੂੰ ਚੁਣ ਲਿਆ। ਕਿਉਂ ਉਹਨੂੰ ਚੁਣਿਆ? ਨਾ ਤੇ ਉਹਦੀ ਐਜੂਕੇਸ਼ਨ ਦੀ ਵਜ੍ਹਾ ਨਾਲ, ਨਾ ਉਹਦੀ ਬੈਕਗ੍ਰਾਉਂਡ ਦੀ ਵਜ੍ਹਾ ਨਾਲ, ਨਾ ਐਬਿਲਿਟੀ ਤੇ ਨਾ ਗ੍ਰੇਡਸ ਤੇ ਨਾ ਹੀ ਉਹਦੀ ਕੋਈ ਪ੍ਰੋਸਪੈਰਿਟੀ ਦੀ ਵਜ੍ਹਾ ਨਾਲ। ਦੈਟ ਵਾਜ਼ ਦਾ ਹੰਬਲ ਸਰਵੈਂਟ ਬਣਾਇਆ ਖੁਦਾ ਨੇ, ਜਸਟ ਗ੍ਰੇਸ ਆਫ ਗॉड, ਬਿਕੋਜ਼ ਆਫ ਦ ਗ੍ਰੇਸ ਆਫ ਗॉड ਹੀ ਬਿਕੇਮ ਅ ਸਰਵੈਂਟ ਆਫ ਗॉड। ਅੱਜ ਅਸੀਂ ਦੁਨੀਆ 'ਚ ਜ਼ਿਆਦਾਤਰ ਡੇਂਜਰ ਕਹਿੰਦੇ ਨੇ ਕਿ ਇਟਸ ਨੋਟ ਕਿ ਸਰਵੈਂਟ ਘੱਟ ਨੇ, ਬਲਕਿ ਟੂ ਮੈਨੀ ਨੇ। ਉਹ ਟੂ ਮੈਨੀ ਇੰਜ ਵੀ ਨਹੀਂ ਕਿ ਬਹੁਤ ਸਾਰੇ ਜਿਹੜੇ ਨੇ ਬੁਲਾਹਟ ਨਹੀਂ, ਜਿਨ੍ਹਾਂ ਦੀ ਸਿਰਫ ਉਹ ਆਪਣੀ ਖਾਹਿਸ਼ ਦੇ ਨਾਲ ਬਣੇ ਨੇ ਜਾਂ ਬੰਦਿਆਂ ਨੂੰ ਬਣਾ ਦਿੱਤਾ ਹੈ।
ਜਦ ਕਿ ਪੌਲ ਦੱਸਣਾ ਚਾਹੁੰਦਾ ਹੈ ਕਿ ਮੈਂ ਤੇ ਚਾਹੁੰਦਾ ਹੀ ਨਹੀਂ ਸਾਂ, ਮੇਰੀ ਖੁਆਇਸ਼ ਨਹੀਂ ਸੀ, ਨਾ ਹੀ ਮੇਰੀ ਡਿਜ਼ਾਇਰ ਸੀ, ਤੇ ਨਾ ਹੀ ਮੈਂ ਇਸ ਵਾਸਤੇ ਆਪਣੇ ਆਪ ਨੂੰ ਤਿਆਰ ਕੀਤਾ ਸੀ। ਮੈਂ ਤੇ ਜਿਵੇਂ ਫੜਿਆ ਗਿਆ। ਤੁਹਾਨੂੰ ਯਾਦ ਹੈ ਨਾ ਕਿੱਥੇ ਫੜਿਆ ਗਿਆ ਸੀ? ਦਮਸ਼ਕ ਵਿੱਚ। ਦਮਿਸ਼ਕ ਦੀ ਰਾਹ ਦੇ ਵਿੱਚ ਉਹ ਜਦੋਂ ਮਸੀਹਾਂ ਨੂੰ ਸਤਾਉਣ ਜਾ ਰਿਹਾ ਸੀ, ਬਲਕਿ ਉਹਨੂੰ ਮਾਰਨ ਜਾ ਰਿਹਾ ਸੀ, ਤੇ ਉਹ ਅਸੀਂ ਸਾਰਿਆਂ ਨੇ ਪੜ੍ਹਿਆ ਕਿ ਉਹ ਬਲਕਿ ਬਾਰ-ਬਾਰ ਉਹਦਾ ਜ਼ਿਕਰ ਕਰਦਾ ਹੈ। ਦੋ ਮਤਲਬ ਕਿ 4 ਜਗ੍ਹਾ 'ਚ ਬਾਈਬਲ 'ਚ ਜ਼ਿਕਰ ਆਉਂਦਾ ਜਿੱਥੇ ਉਹ ਬਾਰ-ਬਾਰ ਦੱਸਦਾ ਕਿ ਮੈਂ ਤੇ ਜਾ ਰਿਹਾ ਸਾਂ ਮਾਰਨ ਵਾਸਤੇ, ਤੇ ਖੁਦਾ ਯਿਸੂ ਮਸੀਹ ਮੇਰੇ ਤੇ ਹਾਜ਼ਰ ਹੋ ਗਏ, ਤੇ ਉਹਨਾਂ ਨੇ ਮੈਨੂੰ ਫੜ ਲਿਆ, ਤੇ ਉਹਨੇ ਮੈਨੂੰ ਇਹ ਜੌਬ ਦਿੱਤੀ। ਦੇਖੀਏ 2 ਕਰੰਥੀਅਨਸ ਦੇ ਵਿੱਚ ਉਹਦੇ 'ਚ ਵੀ ਉਹ ਇਸ ਤਰ੍ਹਾਂ ਦਾ ਹੀ ਗੱਲ ਕਰਦਾ, ਚੈਪਟਰ 3 ਕਿ 6ਵੀਂ ਆਇਤ ਕਹਿੰਦਾ ਜਿਸ ਨੇ ਹਮਕੋ नए अहद के खादम होने के लायक भी किया, यानी कि ਜਿਹੜਾ ਜਿਹਨੇ ਸਾਨੂੰ ਖਾਦਮ ਬਣਾਇਆ ਇਸ ਲਾਇਕ ਕੀਤਾ ਹੈ, ਉਹ ਕਿੰਨੇ? ਖੁਦਾ ਨਹੀਂ ਕੀਤਾ ਹੈ ਖਾਦਮ ਬਣਾਇਆ, ਅਸੀਂ ਆਪੇ ਨਹੀਂ ਬਣੇ। ਉਹ ਆਪਣੇ ਆਪ ਬਾਰੇ 'ਚ ਇਸ ਤਰ੍ਹਾਂ ਦੇ ਲਫ਼ਜ਼ ਕਹਿੰਦਾ ਹੈ, ਯੋਗ ਬਣਾਇਆ, ਕਹਿੰਦਾ ਮੈਨੂੰ ਹਾਂਜੀ ਬਣਨ ਦੇ ਯੋਗ ਬਣਾਇਆ। ਬਲਕਿ ਅਗਰ ਅਸੀਂ ਇੱਕ ਹੋਰ ਆਇਤ ਪੜ੍ਹ ਲਈ ਫਿਰ ਅੱਗੇ ਚੱਲਾਂਗੇ, 1 ਤਿਮੋਥੀ 1:12 ਕਿ ਅਸਲ 'ਚ ਦੱਸਣਾ ਚਾਹੁੰਦਾ ਹੈ ਕਿ ਮੈਂ ਕਿਸ ਤਰ੍ਹਾਂ ਖਾਦਮ ਬਣਾ। ਹਾਂਜੀ ਅੱਗੇ ही है, ने ताकत बख्शने वाले खुदावन मसीह यीशु का शुक्र करता हूँ कि उसने मुझे दयानतदार समझकर अपनी खिदमत के लिए मुकर्रर किया। ਕਹਿੰਦਾ ਕਿ ਮੈਨੂੰ ਉਹਨੇ ਯਾਨੀ ਕਿ ਤੇ ਕਲੀਅਰ ਕਰ ਦਿੰਦਾ ਕਿ ਉਹਨੇ ਮੈਨੂੰ ਮੁਕਰਰ ਕੀਤਾ। ਮੈਂ ਉਹ ਆਇਤਾਂ ਦੱਸ ਰਿਹਾ ਜਿੱਥੋਂ ਸਾਬਤ ਹੁੰਦਾ ਹੈ ਕਿ ਖੁਦਾ ਨੇ ਉਹਨੂੰ ਮੁਕਰਰ ਕੀਤਾ ਸੀ, ਯਾਨੀ ਕਿ ਡਿਵਾਈਨ ਕਾਲ ਤੇ ਡਿਵਾਈਨ ਆਫਿਸ ਉਹਨੂੰ ਦਿੱਤਾ ਗਿਆ, ਤੇ ਉਹ ਆਪਣੀ ਮਰਜ਼ੀ ਨਾਲ ਨਹੀਂ ਬਲਕਿ ਖੁਦਾ ਦੀ ਮਰਜ਼ੀ ਦੇ ਨਾਲ ਉਹ ਉਹਦਾ ਖਾਦਮ ਬਣਿਆ। ਉਹਦੀ ਨਜ਼ਰ 'ਚ ਨਾ ਜਿਹੜਾ ਯਾਨੀ ਕਿ ਦੁਨੀਆ ਦੀ ਨਜ਼ਰ 'ਚ ਉਹ ਦੱਸਣਾ ਚਾਹੁੰਦਾ, ਜਦੋਂ ਆਪਣੇ ਆਪ ਦੱਸਦਾ ਤੇ ਉਹ ਕਹਿੰਦਾ ਹੈ ਕਿ ਮੈਂ ਬਿਲਕੁਲ ਲੋ ਮੇਰੀ ਜੋਬ ਹੈ, ਲੇਕਿਨ ਉਹਨੂੰ ਪਤਾ ਹੈ ਕਿ ਉਹਦੀ ਨਜ਼ਰ 'ਚ ਇੱਕ ਹਾਈ ਡੈਜ਼ਿਗਨੇਸ਼ਨ ਹੈ ਕਿ ਮੈਂ ਜਿਹਦੀ ਖਿਦਮਤ ਕਰਨਾ ਪਿਆ ਉਹ ਸਾਰੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਉਹਦੇ ਵਾਸਤੇ ਇਹ ਇੱਕ ਬੜੀ ਵੱਡੀ ਯਾਨੀ ਕਿ ਖੁਸ਼ੀ ਦੀ ਗੱਲ ਹੈ। ਔਰ ਤੁਸੀਂ ਦੇਖੋ ਅਗਰ ਪੁਰਾਣੇ ਅਹਿਦਨਾਮੇ 'ਚ ਜਿੰਨੇ ਵੀ ਖੁਦਾ ਨੇ ਖਾਦਮ ਚੁਣੇ ਉਹ ਸਾਰਿਆਂ ਦਾ, ਤੇ ਖੁਦਾ ਅਸਲ 'ਚ ਬਾਈਬਲ ਦੇ ਵਿੱਚ ਹਮੇਸ਼ਾ ਦੇਖੋ ਜਿਹਨੂੰ ਵੀ ਖੁਦਾ ਨੇ ਚੁਣਿਆ ਉਹਨੂੰ ਇੱਕ ਚੀਜ਼ ਉਹਨੇ ਪਹਿਲੇ ਰੀਅਲਾਈਜ਼ ਕਰਵਾਈ। ਉਹ ਰੀਅਲਾਈਜ਼ ਕਰਵਾਉਣ ਵਾਸਤੇ ਸਾਡੇ ਕੋਲ ਸਬੂਤ ਨੇ ਕਿ ਯੂ ਆਰ ਨਥਿੰਗ। ਕੋਈ ਇਹ ਨਾ ਸਮਝੇ ਕਿ ਮੈਂ ਖੁਸ਼ ਹਾਂ ਇਸ ਲਈ ਖੁਦਾ ਨੇ ਮੈਨੂੰ ਚੁਣਿਆ। ਈਵਨ ਮੂਸਾ ਨੂੰ ਦੇਖੋ, ਜਦੋਂ ਮੂਸਾ ਨੂੰ ਖੁਦਾ ਨੇ ਚੁਣਿਆ ਤੇ ਮੂਸਾ ਝਾੜੀ ਦੇ ਕੋਲ ਆਇਆ ਤੇ ਕੀ ਮੂਸਾ ਨੇ ਕਿਹਾ? ਮੂਸਾ ਨੂੰ ਖੁਦਾ ਨੇ ਕਿਹਾ ਕਿ ਮੈਂ ਤੈਨੂੰ ਭੇਜਣ ਲੱਗਾ ਫਰਾਉਨ ਕੋ, ਤੇ ਮੂਸਾ ਨੇ ਕੀ ਕਿਹਾ? ਮੂਸਾ ਤੇ ਕੰਬਲ ਲਾ ਕੇ ਕਹਿੰਦਾ ਮੈਂ ਨਹੀਂ ਜਾ ਸਕਦਾ, ਮੈਂ ਕੌਣ ਆ ਕਿ ਤੂੰ ਮੈਨੂੰ ਫਰਾਉਨ ਕੋ ਭੇਜੇ, ਬਲਕਿ ਮੈਂ ਆਪਣੀ ਕੌਮ ਕੋ ਕਿਵੇਂ ਜਾਵਾਂ, ਮੈਨੂੰ ਤਾਂ ਸਮਝਦੇ ਕੁਛ ਨਹੀਂ। ਠੀਕ ਹੈ ਨਾ? ਖੁਦਾ ਅਸਲ 'ਚ ਦੱਸਣਾ ਚਾਹ ਰਿਹਾ ਕਿ ਇਕਰਾਰ ਅਗਲੇ ਕਰਨ ਕਿ ਹਾਂ ਅਸੀਂ ਕੁਛ ਨਹੀਂ ਆ, ਕਿਉਂਕਿ ਬਾਅਦ 'ਚ ਜੋ ਕੁਛ ਵੀ ਹੋਵੇ ਵੱਡੇ ਵੱਡੇ ਕੰਮ ਹੋਣ ਤੇ ਉਹਨਾਂ ਨੂੰ ਪਤਾ ਹੋਵੇ ਕਿ ਤੁਸੀਂ ਨਹੀਂ ਕੀਤੇ। ਤੁਸੀਂ ਆਪਣਾ ਇਕਰਾਰ ਖੁਦ ਕਰੋ ਕਿ ਅਸੀਂ ਕੁਛ ਨਹੀਂ ਆ। ਉਹਨੇ ਕਿੰਨੇ ਬਹਾਨੇ ਲਾਏ ਸਨ, ਤੂੰ ਕਿਸੇ ਹੋਰ ਨੂੰ ਭੇਜ ਦੇ, ਮੈਂ ਬੋਲ ਨਹੀਂ ਸਕਦਾ, ਮੇਰੀ ਗੱਲ ਉਹ ਮੰਨਣਗੇ ਨਹੀਂ ਆ, ਮੈਂ ਕਿਸ ਤਰ੍ਹਾਂ ਜਾ ਕੇ ਫੈਰੋ ਅੱਗੇ ਗੱਲ ਕਰ ਸਕਣਾ। ਉਹਨੇ ਕਿ ਬਹੁਤ ਖੁਦਾ ਨੇ ਉਹਨੂੰ ਬਾਰ-ਬਾਰ ਕਿਹਾ ਤੇਰਾ ਮੂੰਹ ਕਿੰਨੇ ਬਣਾਇਆ, ਮੈਂ ਤੇਰੇ ਮੂੰਹ ਦੇ ਨਾਲ ਵੀ ਹੋਵਾਂਗਾ। ਯਾਨੀ ਕਿ ਅਸਲ 'ਚ ਅਗਰ ਇਹ ਦੇਖਿਆ ਜਾਏ ਤੇ ਖੁਦਾਵੰਦ ਨੇ ਉਹਦੇ ਤੇ ਜ਼ਾਹਿਰ ਹੋ ਕੇ ਇੱਕ ਗੱਲ ਕਹੀ ਕਿ ਮੈਂ ਤੇਰੇ ਨਾਲ ਹੋਵਾਂਗਾ, ਆਈ ਵਿਲ ਗੋ ਵਿਦ ਯੂ। ਇਹ ਸੀ ਸਭ ਤੋਂ ਵੱਡੀ ਗੱਲ। ਤੇ ਉਹ ਜਾ ਕੇ ਤੇ ਤੂੰ ਨਾ ਉਸ ਘਰਾਣੇ ਉਹਨੂੰ ਛੁਡਾ। ਉਸ ਤੋਂ ਬਾਅਦ ਅਗਰ ਅਸੀਂ ਕੀ ਨਾਂ ਉਹਦਾ ਪਿਛਲੇ ਦਿਨਾਂ 'ਚ ਗੱਲ ਕਰ ਰਹੇ ਗਿਡੀਅਨ ਜਦਾਉਨ ਉਹਦੇ ਕੋਲੋਂ ਜਦੋਂ ਖੁਦਾ ਨੇ ਉਹਨੂੰ ਕਿਹਾ ਨਾ, ਕਿਉਂਕਿ ਉਹ ਜੱਜਿਸ ਦੇ ਵਿੱਚ ਜਾ ਕੇ ਅਸੀਂ ਸਟੋਰੀ ਪੜ੍ਹਨੇ, ਜਦੋਂ ਉਹਨੂੰ ਖੁਦਾ ਨੇ ਚੁਣਿਆ ਤੇ ਉਹਨੂੰ ਕਿਹਾ ਕਿ ਜਾ ਤੂੰ, ਇਸਰਾਈਲ ਨੇ ਲਿਖਿਆ ਕਿ ਖੁਦਾ ਦੇ ਖਿਲਾਫ ਬਦੀ ਕੀਤੀ ਤੇ ਖੁਦਾ ਨੇ ਮਦੀਆਨੀਆਂ ਦੇ ਹੱਥ 'ਚ ਕਰ ਦਿੱਤਾ ਉਹਨਾਂ ਨੂੰ, ਜਿਹੜੇ ਉਹ ਦੂਸਰੀਆਂ ਕੌਮਾਂ ਸਨ। ਤੇ ਫਿਰ ਉਹ ਕਾਫੀ ਦੇਰ ਤੱਕ 7 ਸਾਲ ਤੱਕ ਤਕਰੀਬਨ ਲਿਖਿਆ ਕਿ ਉਹਨਾਂ ਦੇ ਜ਼ੁਲਮ ਸਹਿੰਦੇ ਰਹੇ। ਉਹ ਗਾਰਾਂ 'ਚ ਰਹਿੰਦੇ ਸਨ ਉਦੋਂ ਇਸਰਾਈਲੀ ਜਾ ਕੇ, ਕਿਉਂਕਿ ਉਹ ਜੋ ਕੁਛ ਵੀ ਬੀਜ ਬੋਂਦੇ ਸਨ ਜਾਂ ਫਸਲ ਕਰਦੇ ਹਨ, ਭੇਡ ਬੱਕਰੀਆਂ, ਉਹ ਆਉਂਦੇ ਸਨ ਜੱਥੇ ਤੇ ਜੱਥੇ ਤੇ ਉਹ ਲੈ ਜਾਂਦੇ ਸਨ। ਤੇ ਖੁਦਾ ਨੇ ਫਿਰ ਇਹਨੂੰ ਜਦਾਂ ਉਹਨੂੰ ਕਿਹਾ ਕਿ ਜਾ ਕੇ ਨਾ ਤੇ ਤੂੰ ਸੂਰਮਾ, ਉਹਨੂੰ ਕਿਹਾ ਤੂੰ ਸੂਰਮਾ, ਮਾਈਟੀ ਮੈਨ, ਗੋ ਐਂਡ ਇਸਰਾਈਲ ਮੇਰੀ ਕੌਮ ਨੂੰ ਛੁਡਾ।
ਕਿਉਂਕਿ ਇਸਰਾਈਲ ਨੇ ਦੁਆ ਕੀਤੀ, ਤੌਬਾ ਕੀਤੀ ਤੇ ਖੁਦਾ ਨੇ ਫਿਰ ਉਹਨਾਂ ਨੂੰ ਬਚਾਇਆ। ਤੇ ਉਹ ਜਦੋਂ ਖੁਦਾ ਨੇ ਉਹਨੂੰ ਕੋਈ ਮੈਸੇਜ ਭੇਜਿਆ, ਪ੍ਰੋਫਿਟ ਨੂੰ ਭੇਜਿਆ, ਨਬੀ ਨੂੰ, ਤੇ ਉਹ ਕਹਿੰਦਾ ਖੁਦਾ ਮੈਂ ਕੌਣ ਆ, ਮੈਂ ਤੇ ਆਪਣੇ ਘਰਾਣਾ, ਸਾਡਾ ਸਭ ਤੋਂ ਪਹਿਲੇ ਉਹ ਲਿਖਿਆ ਕਿ ਗਰੀਬ ਹੈ, ਬਹੁਤ ਵੈਰੀ ਪੂਅਰ ਫੈਮਿਲੀ ਹੈ, ਤੇ ਉਹ ਫੈਮਿਲੀ 'ਚ ਮੈਂ ਸਭ ਤੋਂ ਛੋਟਾ ਵਾਂ, ਪੂਅਰ ਫੈਮਿਲੀ ਐਂਡ ਲਿਟਲ ਵਨ, ਸਭ ਤੋਂ ਮੈਂ ਛੋਟਾ ਵੀ ਹਾਂ। ਤੇ ਖੁਦਾ ਨੇ ਉਹਨੂੰ ਕਿਹਾ ਕਿ ਇਹਦੀ ਕੋਈ ਪਰਵਾਹ ਨਾ ਕਰ, ਤੂੰ ਜਾ, ਮੈਂ ਤੇਰੇ ਨਾਲ ਜਾਵਾਂਗਾ। ਤੇ ਜਦੋਂ ਤੁਹਾਨੂੰ ਪਤਾ ਹੈ ਕਿ ਫਿਰ ਉਹ ਗਿਆ ਤੇ ਖੁਦਾ ਨੇ ਉਹਨੂੰ, ਬਲਕਿ ਯਰਮੀਆ ਜਾ ਕੇ ਪੜ੍ਹੀਏ ਯਰਮੀਆ ਨੂੰ, ਤੇ ਯਰਮੀਆ ਨੂੰ ਜਦੋਂ ਖੁਦਾ ਨੇ ਬੁਲਾਇਆ ਤੇ ਯਰਮੀਆ ਕਹਿੰਦਾ ਮੈਂ ਤੇ ਬੱਚਾ, ਮੈਂ ਤੇ ਬੋਲ ਹੀ ਨਹੀਂ ਸਕਦਾ, ਖੁਦਾ ਕਿਸੇ ਹੋਰ ਨੂੰ ਭੇਜਾ, ਆਈ ਐਮ ਜਸਟ ਚਾਈਲਡ, ਆਈ ਕਾਂਟ ਸਪੀਕ। ਤੇ ਖੁਦਾ ਨੇ ਕਿਹਾ ਮੈਂ ਤੇ ਤੈਨੂੰ ਮਾਂ ਦੇ ਪੇਟ 'ਚੋਂ ਚੁਣਿਆ ਹੈ ਤੇ ਮੈਂ ਤੇਰੇ ਨਾਲ ਜਾਵਾਂਗਾ, ਯੂ ਗੋ। ਅਸਲ 'ਚ ਖੁਦਾ ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਯੂ ਆਰ ਨਥਿੰਗ, ਆਈ ਸੈਂਟ ਯੂ, ਐਂਡ ਵਾਟ ਐਵਰ ਯੂ ਆਰ ਗੋਇੰਗ ਟੂ ਡੂ ਮਾਈਟੀ ਵਰਕ, ਇਟਸ ਨੋਟ ਯੂ। ਅਸਲ 'ਚ ਵੀ ਡੋਂਟ ਰਨ ਟੂ ਮਿਨਿਸਟਰੀ, ਗੋਡ ਡ੍ਰਿਵਨ ਅਸ ਟੂ ਮਿਨਿਸਟਰੀ। ਕੋਈ ਵੀ ਖਾਦਮ ਜਿਹੜਾ ਨਾ ਉਹ ਇਸ ਤਰ੍ਹਾਂ ਦਾ ਤੁਹਾਨੂੰ ਸੱਚਾ ਖਾਦਮ ਮਿਲੇਗਾ ਕਿ ਉਹ ਕਹੇਗਾ ਕਿ ਮੈਂ ਤੇ ਆਉਣਾ ਨਹੀਂ ਚਾਹੁੰਦਾ, ਇਹ ਕਿਸੇ ਤਰ੍ਹਾਂ ਖੁਦਾ ਨੇ ਮੈਨੂੰ ਇਹ ਖਿੱਚ ਲਿਆ ਜਾਂ ਮੈਨੂੰ ਫੜ ਲਿਆ ਤੇ ਮੈਂ ਉਸੇ ਕੰਮ 'ਚ ਸ਼ਾਮਲ ਹੋਇਆ। ਬਲਕਿ ਯਸਾਇਆ ਈਵਨ ਤੁਹਾਨੂੰ ਪਤਾ ਹੈ ਕਿ ਯਸਾਇਆ 6 ਬਾਬ 'ਚ ਜਾ ਕੇ ਦੇਖੀਏ ਤੇ ਖੁਦਾ ਉਹ ਵੀ ਜਦੋਂ ਪਤਾ ਲੱਗਦਾ ਤੇ ਕਹਿੰਦਾ ਉਹ ਖੁਦਾਵੰਦ ਮੈਂ ਤੇ ਇਹ ਅਫਸੋਸ ਮੁਝ ਪਰ, ਮੈਂ तो नापाक हूँ, मेरे होंठ नापाक हैं। यानी कि खुदा रियलाइज़ कराना चाहता है हर बंदे ਨੂੰ ਕਿ ਤੈਨੂੰ ਪਤਾ ਹੋਣਾ ਚਾਹੀਦਾ who you are, ਕਿ ਮੈਂ ਤੂੰ ਕੁਛ ਨਹੀਂ ਹੈ, ਤੂੰ ਨਾ ਤੇ ਪਿਓਰ ਹੈ, ਨਾ ਤੇ ਤੇਰੀ ਗਰੀਬੀ, ਨਾ ਤੇਰੀ, ਯਾਨੀ ਗਰੀਬ ਬੰਦਿਆਂ ਨੂੰ ਚੁਣਿਆ, ਛੋਟੇ ਬੰਦਿਆਂ ਨੂੰ ਚੁਣਿਆ। ਫਿਰ ਅੱਜ ਅਸੀਂ ਆਪਣੀ ਉਸੇ ਆਇਤ ਦੇ ਉੱਤੇ ਜਿਸ 'ਚ ਲਿਖਿਆ ਕਿ ਮੈਂ इन दुखों से खुश हूँ। ਜਦੋਂ ਆਪਣੇ ਆਪ ਨੂੰ ਖਾਤਮ ਕਹਿੰਦਾ ਤੇ ਉਹਦੇ 'ਚ ਅਸਲ 'ਚ ਇੱਕ ਸਮਝ ਲਓ ਜਿਸ ਤਰ੍ਹਾਂ ਹੰਬਲ ਤੁਸੀਂ ਕਿਹਾ, ਬਲਕਿ ਆਜਜ਼ਾਨ ਦੀ ਖਿਦਮਤ ਦੇ ਬਾਰੇ 'ਚ ਗੱਲ ਕਰਦਾ ਹੈ। ਇਹ 6 ਆਇਤਾਂ ਜਿਹੜੀਆਂ ਉਹਦੀ ਖਿਦਮਤ ਦੇ ਬਾਰੇ 'ਚ ਇਹ ਖਤ ਤੁਹਾਨੂੰ ਪਤਾ ਉਹ ਰਸੂਲ ਜਿਹੜਾ ਕੈਦ ਦੇ ਵਿੱਚੋਂ ਲਿਖਦਾ ਹੈ, ਲੇਕਿਨ ਉਹ ਲਿਖਦਾ ਹੈ ਮੈਂ ਅਬ ਉਨ ਦੁੱਖੋਂ ਕੇ ਸਬਬ ਸੇ ਖੁਸ਼ ਹਾਂ। ਪਹਿਲੇ ਤੇ ਇਹ ਦੇਖੋ ਕਿਹੜੇ ਦੁੱਖ ਨੇ ਜਿਹੜਾ 'ਚ ਖੁਸ਼ ਹੁੰਦਾ ਬੰਦਾ। ਇਜ਼ ਦੇयर इज एनी सफरिंग, मैं सफ़र कर रहा हाँ लेकिन मैं खुश हाँ। वट काइंड ऑफ सफरिंग कि वो खुश है। आई एम रिजॉइसिंग, यानी कि मिनिस्ट्री दी स्पिरिट जी है ना वो रिजॉइसिंग है। अब मैं उन दुखों के सबब से खुश हूँ जो तुम्हारी खातर उठाता हूँ। सबसे पहले तो कहता आई नो रिजॉइस इन माई सफरिंग। जो कहता है मैं अधूरे दिन की पैदाइश हूँ, रसूल को लाने के लायक नहीं हूँ, अब इस हाई कॉलिंग की वजह से उसके लिए ये बहुत बड़ी एक अजाज जिन्होंने कहने ना कि उन्होंने खुदा ने अपनी खिदमत ਲਈ चुनिया। क्योंकि इस आयत ਨੂੰ ना कई दफ़ा बड़ा डिफ़िकल्ट जी आयत जिस अगे जाके कहता ना कि मसीह की मुसीबतों की कमी उसके बदन यानी कलीसिया की खातर अपने जिस्म में पूरी किए देता। तुसी पढ़ो जरा की लिखा कि मसीह पहली आयत दा दूसरा हिस्सा। हाँ जी, इसलिए मैनू हुण तुहाडी खातर दुख सह के खुशी मिल रही है। इस संगत जिहड़ी विश्वास संगत है ना ओदे दुख दे खातर कहता मैनू हुण खुशी मिल रही है। पहले तो कहते हैं कि उन दुखों के सबब से जो तुम्हारी यानी मुकद्दसों की खातर उठाता हूँ, यानी कि मसीह यीशु का खादम, लेकिन आपको पता है कि उसकी मुसीबतें कितनी ज़्यादा थी। बार बार हम उसकी मुसीबतों अजीतों का और दुखों का जिक्र पढ़ते हैं और ये उसके लिए एक एजाज़ था। लेकिन जब वो कहते हैं ना मसीह की मुसीबतों की कमी उसके बदन यानी कलीसिया की खातर अपने जिस्म में पूरी किए देता। क्या समझते आप कि जब कहते हैं कि मसीह की मुसीबतों की कमी, ये एक जो फिक्र है ना इसमें काफ़ी डिफ़िकल्ट यीशु मसीह के बारे लिखा है। हाँ जी, मसीह की मुसीबतों की कमी उसके बदन यानी कलीसिया की खातर अपने जिस्म में पूरी किए देता। आप क्या समझते हैं? ना
I rejoice in my suffering for you and fill up in my flesh what is lacking in the affliction of Christ for the sake of his body. Sake of his body तो है चर्च, और पहले उसने क्या, I'm rejoicing in suffering for you, मुकद्दसों के लिए। और आगे जो बीच में बात आई है ना कि मसीह की जो lacking in the afflictions of Christ, इसका मतलब कभी ये ना समझे कि जो खुदावंद यीशु मसीह का कुफारे का काम है, या उसने जो रिडेम्पशन का काम किया उसमें कोई कमी रह गई है। जो उसने मसीह पे सलीब पर खुदा ने कुफारे का काम किया कि उसमें कोई कमी रह गई थी, तो खुदावन की अब पालूस उसको पूरी कर रहा है। नो, दैट इज डन। खुदावन ने सलीब पर कहा था कि अब ये तमाम हुआ। तो ये असल में जो बात कर रहा है, इसका अगर गौर करें, इसका मतलब है कि मसीह यीशु जब इस दुनिया में थे तो दुनिया उसको सताती थी, उसको उसी तरह सताया। उनको कोड़े मारे गए, उनके ऊपर लान तान किया गया, उनको आखिरकार मसलूब करके सलीब पर चढ़ा दिया। ठीक है, लेकिन पौलुस जिस चीज़ की बात कर रहा है उसको मैं आपके साथ शेयर करना चाहता हूँ कि खुदावंद यीशु मसीह से नफरत करने वाले तब थे और आज भी हैं दुनिया में। जब भी कोई किसी मसीही को सताता है तो वो असल में किसको, खुदावंद को सताता है। आपको याद होगा पौलुस रसूल के साथ खुदावंद की जो गुफ्तगू हुई थी दमिश्क की राह पे, तो वहाँ उसने क्या बात की थी? हाँ जी, असल में वो तो इंडिविजुअल जो क्रिश्चियंस से उनको मारता था ना, मसीह को तो फिजिकली कभी उसकी मुलाकात नहीं हुई थी। तो खुदावंद यीशु मसीह ने क्या किया जब उसको आवाज़ आई, यानी कि ऐ साउल तू मुझे क्यों सताता है? तो साउल ने यानी कहा कि कौन है खुदावन? उसने कहा मैं मसीह यीशु। जब उसको किसी भी क्रिश्चियन को परसिक्यूट किया जाता है, चर्च बंद किए जाते हैं, उनको मारा जाता है, एक्चुअली दे परसिक्यूट स्टिल मसाया, मसीह यीशु को परसिक्यूट। अब क्या हुआ, उस वक्त तो अभी तक बहुत से दुश्मन थे वहाँ पर मसीह यीशु के, जैसे आज भी हैं, यहूदी थे। तो वो असल में कहना चाह रहा है कि मसीह यीशु जिनको वो सताते थे आज भी नफरत जारी है। अगर खुदावंद यहाँ पर होते तो जो मुसीबतें उन्होंने यीशु पर करनी थी अब वो मुझ पर कर रहे हैं, बिकॉज ही इज गॉन टू हेवन, दे कांट गेट हिम, दे गेट मी एंड दे, उनके हाथ में मैं आ जाता हूँ तो वो मुसीबतें अब मुझ पे आ रही हैं। जो असल में उसका कहने का मतलब है, जो मुसीबतें जो ब्लोज यीशु पर पड़ने थे अगर वो होता वो मुझे पड़ रहे हैं, और मैं इसलिए सह रहा हूं कि उसकी खातिर जिसने मेरे दुख और मुसीबतें सही। अब उसके जो उसको पढ़ने थे मैं इसलिए सह रहा हूं कि उसने मेरी खातिर सही, उसने मेरी खातिर ये सारी मार खाई। अब मैं भी क्योंकि, और वो कहता है मैं इसमें खुश हूं। असल में बताना चाह रहा हूं कि ये उसका मतलब है कि जो मसीह को उन्होंने, अगर मसीह यहाँ पे होता अब वो उसको मारते, लेकिन अब मसीह यहाँ पे नहीं, मैं उनके हाथ आता हूं तो वो, क्योंकि मैं उसकी ही मनादी करता हूं, मैं उसकी प्रीचिंग करता हूं, मैं उसको ग्लोरीफाई करता हूं, कहते इन्हें फाड़ लो, इसको मारो। और जब वो मुझको मारते हैं तो असल में वो मसीह की मार मुझे पड़ती है। अगर मसीह यहाँ पे होता तो उसको पड़ती, और वो मेरी खातिर पड़ती, और उसने मेरी खातिर। अब मैं इसलिए खुश हूँ कि मैं उसकी खातिर मुसीबत उठा रहा। और आपको याद होगा खुदा यीशु मसीह ने जो उनका वास था, पहाड़ी वास, उसमें भी यही कहा था क्या, अगर लोग तुमको मेरी खातिर सताएंगे, बुरा भला कहेंगे, मारे पीटेंगे तो क्या, तुम खुशी मनाना शाद होना। और प्रैक्टिकली अगर आप देखें
तो पौलुस रसूल बताता है कि मैं खुश हूँ, आई एम रिजॉइसिंग। दो चीज़ें हैं, एक तो मुकद्दसीन के लिए यानी कि चर्च के लिए, तो एक खुदावंद के लिए। और तब से लेकर आज तक मसीही दुख उठा रहे हैं, और कभी भी ना कहें कि ये अगर कोई दुख उठाए तो ये एक कुछ छोटा काम है, इट्स अ ग्रेट थिंग। और वो कहते हैं, आपको याद हो यूहन्ना और पतरस को जब कोड़े लगे तो उनको छोड़ दिया गया, तो उन्होंने क्या कहा कि हम भी शुक्र है हम मसीह यीशु के लिए कोड़े खाने के, मार खाने के लायक हुए। और ये उनके लिए एक बड़ा एजाज़ था। जॉय ऑफ सफरिंग, जो मसीह के दुख थे। बल्कि आपको याद होगा, अगर आंटी जी पढ़ो गलेशियन दे खत, गलतियों दे आखिरी खत जाके जदों तकरीब ते ओ की कहंदा उन्हां नूं कि मैं अपने जिस्म पर यीशु के दाग लिए हुए फिरता हूँ। ये कौन से स्कार उसके बदन पर निशान, स्कार थे, जख्मों के निशान ही थे। और आपको पता है कि वो किस कदर उसने तकलीफ़ें उठाई, डाकुओं से, कोड़ों, पता नहीं 5 दफ़ा वो उसने कोड़े और बैंत और संसार किया गया, और अपनों से, यहूदियों से, समुंदर में, और कैदों में, और जंगलों में, और भूख में, और सर्दी में, इस तरह के सारे दुख उसने से। और ये उसकी अपनी कोई गलती नहीं थी, अपनी किसी गुनाह की वजह से नहीं, बल्कि उसने सिर्फ अपने मास्टर, अपने खुदावंद की खातिर उसने। पढ़ो हाँ जरा 6वें चैप्टर दी, आखिरी चैप्टर दी 17वीं आयत, तकरीबन एंड ते ही है। ਅੱਗੇ ਤੋਂ ਮੈਨੂੰ ਕੋਈ ਦੁੱਖ ਨਾ ਦੇਵੇ, ਕਿਉਂਕਿ ਮੈਂ ਆਪਣੇ ਸਰੀਰ ਤੇ ਯਿਸੂ ਦੇ ਦਾਗ ਲਈ ਫਿਰਦਾ ਹਾਂ। ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੀ ਆਤਮਾ ਦੇ ਨਾਲ ਹੋਵੇ। ਠੀਕ ਹੈ, ਇਹ ਕਹਿ ਸਕਦੇ ਹੋ ਕਿ ਅੱਜ ਦੇ ਦੌਰ 'ਚ ਅਗਰ ਕਹਿੰਦੇ ਕਿ ਉਹਦੇ ਜਿਸਮ ਤੇ ਉਹਨੇ ਆਪਣੇ ਜਿਹੜੇ ਕਹਿ ਸਕਦਾ ਕੁਝ ਖੁਸ਼ੀ ਦੇ ਨਾਲ, ਜਿਵੇਂ ਲੋਕੀ ਅੱਜ ਟੈਟੂਜ਼ ਬਣਾਉਂਦੇ ਨੇ, ਉਹਦੇ ਤੇ ਦੂਸਰਿਆਂ ਨੇ ਬਣਾ ਛੱਡੇ ਸਨ ਉਹਦੇ ਬਦਨ ਦੇ ਉੱਤੇ। ਉਹਨੂੰ ਇੰਨਾ ਜ਼ਿਆਦਾ ਸਤਾਇਆ ਗਿਆ, ਬੀਟ ਅਪ ਕੀਤਾ ਗਿਆ, ਮਾਰਿਆ ਗਿਆ, ਕਿ ਮੈਂ ਸਮਝਦਾ ਕਿ ਕਾਸ਼ ਕਿ ਸਾਡਾ ਐਟੀਟਿਊਡ ਉਸ ਤਰ੍ਹਾਂ ਦਾ ਬਣ ਜਾਏ, ਅਸੀਂ ਜੋ ਦੁੱਖ ਉਠਾਈਏ ਮਸੀਹ ਦੀ ਖਾਤਰ, ਤੇ ਪਲੂਸ ਵਾਂਗੂ ਅਸੀਂ ਕਹਿ ਸਕੀਏ ऑल दिस इज़ डन टू। वो कहता है कि ऑल जो कुछ कर रहा हूँ मैं चर्च की तरक्की के लिए करता हूँ, मैं ताकि जो कलीसिया है वो बढ़े, उसकी तरक्की हो। तो जब वो ज़मीन पर दुख उठाता है तो आसमान पर खुदावंद उस दुख को महसूस करता है, क्योंकि खुदा ने आसमान पर उस दुख को महसूस किया, तो उसने पौलुस को पकड़ाना कि तू मुझे क्यों। और आज भी ये ना समझे कि अगर हम किसी भी मसीही को कोई सताता है तो खुदावंद ऊपर दुख नहीं महसूस करता, उस दर्द को महसूस करता है। जैसे हम पास्टर सईद के बारे में बात करते हैं, उसको सताया जा रहा है, उसको दुख है, लेकिन खुदावंद इस चीज़ को बखूबी जानता है, बड़ी अच्छी तरह। और मैं नहीं समझता कि इस पीरियड के दौरान उसको किस तरह के मुकाशफात और किस तरह खुदावंद ने तसल्ली ना दी हो उसके साथ उस कैद में। और इसलिए हाँ जी, स्टीफन देखो बिल्कुल ओनू मतलब मार छटे मार के। वो कहता है कि आगे अगर 25वीं आयत में पढ़े तो उसमें लिखा है, जिसका मैं खुदा के उस इंतज़ाम के मुताबिक खादम बना जो तुम्हारे वास्ते मेरे सुपुर्द हुआ, ताकि मैं खुदा के कलाम की पूरी मुनादी करूं। इस दे बावजूद वो कहता है कि मैं ओदी खुशखबरी जिहड़ी है मुनादी करन लई मुकर्रर कीता, जिवें मैं पहले पढ़िया सी। दोबारा वही गल कहता है कि मैं उस ਲਈ खादम मेरे सुपुर्द किया गया काम। इत्थे कहता है कि मेरे वो सुपुर्द किया गया, यानी कि एक जिम्मेदारी जिवें किसी ने दी जाती ना, एक जिवें एक ऐसे बंदे नूं एक जिम्मेदारी, एक इंचार्ज बनाया जाता है कि यह काम तैनूं दिता है तो तू इहनूं करना है। और मैं समझना अगे असीं जाके पढ़ांगे कि उन्होंने जिहड़ा जिम्मेदारी जिहड़ी जॉब दी गई सी, मैं समझना कि वो
ਐਡਾ ਕੁ ਵੱਡਾ ਇਜ਼ਾਜ਼ ਸੀ ਉਹਦੇ ਵਾਸਤੇ, ਐਡੀ ਕੁ ਵੱਡੀ ਉਹਨੂੰ ਸਮਝ ਲਓ ਕਿ ਆਨਰ ਦਿੱਤਾ ਖੁਦਾ ਨੇ, ਕਿ ਜਿਹੜੀ ਗੱਲ ਖੁਦਾ ਨੇ ਵੱਡੇ ਵੱਡੇ ਨਬੀਆਂ ਨੂੰ ਨਹੀਂ ਸੀ ਦਿੱਤੀ, ਉਹਨਾਂ ਨੂੰ ਦੱਸੀ। ਉਹ ਪੌਲ ਨੂੰ ਕਿਹਾ ਕਿ ਉਹ ਪੌਲ ਨੂੰ ਦੱਸਿਆ ਕਿ ਗੋ ਐਂਡ ਪ੍ਰੀਚ ਦਿਸ। ਔਰ ਉਹ ਇੱਕ ਸਮਝ ਲਓ ਕਿ ਇੱਕ ਭੇਦ ਸੀ, ਇੱਕ ਸੀਕ੍ਰੇਟ ਸੀ, ਗੁਪਤ ਗੱਲ ਸੀ ਜਿਹੜੀ ਖੁਦਾ ਨੇ ਉਹਦੇ ਵਾਸਤੇ ਉਹਨੂੰ ਚੁਣਿਆ। ਯਾਨੀ ਕਿ ਜਦੋਂ ਕਹਿੰਦਾ ਨਾ ਕਿ ਮੈਨੂੰ ਮੇਰੇ ਸਪੁਰਦ ਕੀਤਾ ਗਿਆ, ਹਮੇਸ਼ਾ ਕਿਸੇ ਦੇ ਸਪੁਰਦ ਕੋਈ ਚੀਜ਼ ਤੁਸੀਂ ਕਰਦੇ ਹੋ ਤੇ ਉਹਨੂੰ ਜੇ ਤੁਸੀਂ ਟਰਸਟਵਰਦੀ ਨਾ ਸਮਝੋ ਤੇ ਤੁਸੀਂ ਕਦੀ ਉਹਨੂੰ ਆਪਣੀ ਕੀਮਤੀ ਚੀਜ਼ ਕਦੀ ਨਹੀਂ ਦਿਓਗੇ। ਕਹਿ ਫੜ ਕੇ ਰੱਖ ਤੇ ਇਹਨੂੰ ਸਾਂਭ ਕੇ ਰੱਖੀ, ਜਾਂ ਤੂੰ ਇਹਨੂੰ ਯੂਜ਼ ਕਰਨਾ ਅੱਛੀ ਤਰ੍ਹਾਂ। ਹਮੇਸ਼ਾ ਉਹਨੂੰ ਹੀ ਉਹ ਤੁਸੀਂ ਆਪਣੀ ਕੋਈ ਅੱਛੀ ਜਾਂ ਚੀਜ਼ ਦਿਓਗੇ ਜਿਹੜਾ ਟਰਸਟਵਰਦੀ ਹੋਊਗਾ, ਨਹੀਂ ਤੇ ਤੁਹਾਨੂੰ ਯਕੀਨ ਹੋਵੇ, ਜੇ ਤਾਂ ਤੁਹਾਨੂੰ ਹਾਂ ਵਿਸ਼ਵਾਸ ਹੋਊਗਾ ਕਿ ਠੋਸ ਤੁਹਾਨੂੰ ਉਹਦੇ ਤੇ ਇਹ ਚੀਜ਼ ਇੱਥੋਂ ਮੇਰੀ ਜਾਣ ਵਾਲੀ ਨਹੀਂ। ਹਾਂ ਬਿਲਕੁਲ, ਕਿਉਂਕਿ ਇਹਦੇ 'ਚ ਸਾਡੇ ਲਈ ਵੀ ਇਹੋ ਹੀ ਸਬਕ ਹੈ ਕਿ ਖੁਦਾ ਇਹ ਕਹਿੰਦਾ ਕਿ ਜਦੋਂ ਤੁਸੀਂ ਕਿਸੇ ਨੂੰ ਮਸੀਹ ਕੋਲ ਲਿਆਉਂਦੇ ਹੋ ਤਾਂ ਉਹਨੂੰ ਉਂਝ ਛੱਡ ਨਹੀਂ ਸਕਦੇ, ਉਹਨੂੰ ਮੈਚੁਰਿਟੀ ਤੱਕ ਤੁਸੀਂ ਲੈ ਕੇ ਜਾਣਾ ਹੈ, ਉਹਨੂੰ ਪੂਰਾ ਤੁਸੀਂ ਜੋ ਤੁਹਾਡੇ ਸਪੁਰਦ ਕੰਮ ਹੁੰਦਾ ਹੈ, ਕਹਿੰਦਾ ਜਿਹੜਾ ਵੀ ਇੰਤਜ਼ਾਮ ਤੁਹਾਡੇ ਸਪੁਰਦ ਹੁੰਦਾ ਹੈ, ਇੰਚਾਰਜ ਖੁਦਾ ਤੁਹਾਨੂੰ ਬਣਾਉਂਦਾ, ਉਹਦੀ ਜ਼ਿੰਮੇਵਾਰੀ ਦਿੰਦਾ, ਉਹਨੂੰ ਤੁਸੀਂ ਕਿਸ ਤਰ੍ਹਾਂ ਕਰਨਾ ਹੈ, ਪੂਰੀ ਤਰ੍ਹਾਂ ਉਹਨੂੰ ਤੁਸੀਂ ਨਿਭਾਉਣਾ ਹੈ। ਔਰ ਉਹਦੇ ਵਸੀਲੇ ਉਹਨੂੰ ਕੀ ਸਪੁਰਦ ਕੀਤਾ ਗਿਆ ਸੀ, ਜਿਹਨੂੰ ਕਹਿ ਸਕਦੇ ਹੋ ਕਿ ਅਜ਼ੀਮ ਦੁਨੀਆ ਦੀ ਅਜ਼ੀਮ ਸੱਚਾਈ ਦੇ ਬਾਰੇ 'ਚ ਉਹਨੂੰ ਖੁਦਾ ਨੇ ਭੇਜ ਦਿੱਤਾ। और सब तो पहले मसीह के बदन का भेद उसको चुना गया। वो खुदा कहता है, वो जब कहता है ना तुम्हारे वास्ते मेरे सुपुर्द हुआ, तो उसके अंदर है ज़हन है में है कि ये जिनको खत लिख रहा है वो गैर कौम से हैं, जंटाइल्स हैं, कुर्सियों को, कि मुझे खुदा ने गैर कौम, आपको याद होगा पतरस को खुदा ने यहूदियों के लिए ज़्यादा चुना और इसको गैर कौमों के लिए चुना। अगर किसी आयत 26 पढ़ी अगे, पढ़ो आंटी जी। ਅਰਥਾਤ ਉਸ ਭੇਦ ਨੂੰ ਪ੍ਰਗਟ ਕਰਾਂ ਜੋ ਸਭ ਆਕਾਸ਼ੀ ਸ਼ਕਤੀਆਂ ਅਤੇ ਧਰਤੀ ਦੇ ਲੋਕਾਂ ਕੋਲੋਂ ਅੱਜ ਤੱਕ ਗੁਪਤ ਰਿਹਾ ਹੈ, ਪਰ ਹੁਣ ਅੰਤ ਵਿੱਚ ਉਸਨੇ ਆਪਣੇ ਲੋਕਾਂ ਤੇ ਪ੍ਰਗਟ ਕੀਤਾ ਹੈ। ਠੀਕ ਹੈ, ਇਸ ਆਇਤ ਦੇ ਵਿੱਚ ਪੌਲੁਸ ਰਸੂਲ ਹੁਣ ਗੱਲ ਕਰਦਾ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਮੈਨੂੰ ਦਿੱਤੀ ਗਈ ਹੈ, ਜਿਹੜੀ ਮੈਂ ਪੂਰੀ ਮੁਨਾਦੀ ਕਰਨਾ ਚਾਹੁੰਦਾ। ਔਰ ਤੁਹਾਨੂੰ ਯਾਦ ਹੋਏਗਾ ਪੂਰੀ ਮੁਨਾਦੀ ਉਹਨੇ ਕੀਤੀ, ਬਲਕਿ ਉਹ ਕਹਿ ਸਕਿਆ ਟਿਮੋਥੀਅਸ ਨੂੰ ਜਦੋਂ ਆਖਰੀ ਖਤ ਲਿਖਿਆ तो उन्हें क्या कि मैंने अपनी दौड़ को ख़त्म कर लिया, मैं ईमान की अच्छी कुश्ती लड़ चुका। अगर वो आयत पढ़ो तुसी 2 टिमोथी चैप्टर 4 है मेरा, मैं अंत तक बड़े उत्तम ढंग नाल जंग कीती है, मैं अपनी दौड़ पूरी कर ਲਈ ਅਤੇ ਮੈਂ ਆਪਣੇ ਵਿਸ਼ਵਾਸ ਨੂੰ ਸੁਰੱਖਿਅਤ ਰੱਖਿਆ ਹੈ। ਹੁਣ ਮੇਰਾ ਅੱਗੇ ਮਿਲਣ ਵਾਲਾ ਧਰਮ ਮੁਕਟ ਤਿਆਰ ਹੈ, ਜੋ ਮੈਨੂੰ ਉਸ ਦਿਨ ਪ੍ਰਭੂ ਆਪ ਦੇਵੇਗਾ ਜਿਸ ਦਿਨ ਉਹ ਸੱਚਾ ਨਿਆਂ ਕਰੇਗਾ। ਇਹ ਕੇਵਲ ਮੈਨੂੰ ਹੀ ਨਹੀਂ ਮਿਲੇਗਾ ਪਰ ਉਹਨਾਂ ਸਭ ਨੂੰ ਮਿਲੇਗਾ ਜਿਨ੍ਹਾਂ ਨੇ ਪੂਰੀ ਸ਼ਰਧਾ ਨਾਲ ਆਪਣੇ ਮਨ ਉਸ ਦੇ ਦੁਆਰਾ ਆਉਣ ਤੇ ਲਾ ਰੱਖੇ ਹਨ। ਆਮੀਨ। ਠੀਕ ਹੈ, ਉਹਨੇ ਆਪਣਾ ਵਾਕਈ ਉਹਦਾ ਜਿਹੜਾ ਪੈਸ਼ਨ ਸੀ, ਉਹਦਾ ਜਿਹੜਾ ਜਜ਼ਬਾ ਸੀ, ਜਿਹੜਾ ਦਾ ਮਸੀਹ ਦੇ ਨਾਲ ਮੁਹੱਬਤ ਸੀ, ਉਹਨੇ ਪੂਰੀ ਦਿਆਨਤਦਾਰੀ ਦੇ ਨਾਲ ਖੁਦਾਵੰਦ ਦੀ ਖਿਦਮਤ ਕੀਤੀ। ਇਹ ਜਿਹੜਾ ਇੱਕ ਲਫ਼ਜ਼ ਵਿੱਚ ਆਇਆ ਭੇਦ 26 ਆਇਤ, आ जाओ ਉੱਥੇ फिर वापस, यानी उस भेद की जो तमाम ज़मानों और पुश्तों से पोशीदा रहा लेकिन अब उसके उन मुक़द्दसों पर ज़ाहिर हुआ जिन पर खुदा ने ज़ाहिर करना चाहा। ज़मानों का मतलब है कि टाइम, पिछले जितने डिस्पेंसेशन थे, और पुश्तों का मतलब है पीपल, पिछले तमाम ज़मानों और पिछले तमाम लोगों पर एक भेद था जो कभी ना खुदा ने खोला। तो वो कहता है कि वो पिछले, और ये एक बड़ी बात है कि पिछले का मतलब जब कहते हैं बात तो ओल्ड टेस्टामेंट की बात है। ओल्ड टेस्टामेंट में जिन नबियों और रसूलों पर वो और खुदा के खादमों पर वो बात ना खोली, तो वो आज के नए अहद के रसूलों नबियों पर खुदा ने ये अपने कलाम को और अपने उस भेद को खोला। अब उस भेद में क्या है जो हम कहते हैं कि वो सीक्रेट,
व्हाट इज मिस्ट्री यहाँ पे आया, उस मिस्ट्री को खुदा ने जो वर्स 26 में लिखा है, द मिस्ट्री विच हैज बीन हिडन फ्रॉम एजिस एंड फ्रॉम generations but now has been revealed to his saint. मिस्ट्री कौन सी मिस्ट्री? आज हम इस लफ्ज़ को मेरा ख्याल है सभी जानते हैं। कोई चीज़ जो इस टर्म को यूज़ किया गया ना, थियोलॉजिकली इस टर्म को मिनिस्ट्री को यूज़ किया गया, उसका मतलब पता है क्या? आपको पता है कि खुदा ने बहुत सी सीक्रेट जो हैं लोगों पर कभी भी जाहिर नहीं की। ऑल सीक्रेट बिलोंग टू गॉड। डिट्रोनॉमी 29:29 में हम पढ़ते हैं इस सेशन में कि जिहड़ी सीक्रेट गल्लां ने वो खुदा तो बिलोंग करती हैं। गैब का मालिक तो खुदावंद हमारा खुदा भी है। और मैं इस पर जब स्टडी कर रहा था तो इस पर मुझे बड़ा यानी कि तसल्ली भी हुई कि बहुत सी ऐसी चीज़ें हैं जो खुदा ने कभी भी किसी पर नहीं खोली। ये एक तो ये बात थी कि उन सब का मालिक खुदा है, लेकिन लिखे कुछ चीज़ें उसने अपने स्पेशल बंदों पर खोली। ओल्ड टेस्टामेंट में खुदा ने सब बातें नहीं लेकिन चंद बातें खोली, और वो भी चंद स्पेशल लोगों पर। वो स्पेशल कौन से लोग थे? अगर खुदा अपनी सीक्रेट किसी पर रिवील करता है तो वो किस पर करता है? कौन सी? जैसे कि हम डिट्रोनॉमी निकालें ज़रा उसको। बहुत सी चीज़ें ऐसी हैं ओनली खुदा जानता है, जिनके बारे में सिर्फ और सिर्फ खुदा जानता है कि वो कौन से लोग हैं जिनको स्पेशल कहा गया, जिन पर खुदा कुछ अपने सीक्रेट को खोलता है। चले मैं पढ़ता हूँ ज़बूर 25 उसकी 14 वर्स में लिखा है, खुदावंद के राज को वही जानते हैं जो उससे डरते हैं, वो अपना अहद उनको बताएगा। अपने कवनेंट यानी कि अपनी सीक्रेट जो है खुदा के उनको बताता है जो उससे डरते हैं। पहले तो कहते हैं ना फियर ऑफ गॉड, खुदावंद का खौफ दनाई का शुरू, यानी कि आपकी हिकमत आपको खुदा खोलना शुरू कर देता है। बल्कि अगर इमसाल प्रोवर्ब्स 3:32 पढ़ें तो उसमें लिखा है, काजरों से खुदावंद को नफरत है लेकिन रास्तबाज उसके महरम राज हैं। महरम राज होता है जो बहुत करीबी हो, जो उसकी सीक्रेट बातें खुदावंद जिस पर खोलता है। तो इसका मतलब है खुदावंद वो कहता है कि लेकिन रास्तबाज उसके महरम राज हैं। कौन? अपराइट राइचियस पीपल जो हैं उन पर खुदा अपने सीक्रेट खोलता है। ये था एक दूसरी बात। पहले तो वो थी कि खुदा कुल इल्म का मालिक है, गैब का मालिक है, और वो किसी पर अपने वो बहुत सी बातें जो है वो वही जानता है। लेकिन दूसरी बात कि कुछ लोग थे जिनको स्पेशल, जिन पे कुछ बातें खोली गई। All things only God knows, but some things He revealed to His special people. वो हैं जैसे कि हमने पढ़ा, और बल्कि अगर आप बाद में डिट्रोनॉमी पढ़ेंगे स्टेशना आगे जाके 29 आयत से 29 चैप्टर की, तो उसमें लिखा है कि जो बातें खोली गई हैं, जो बातें ज़ाहिर की हैं, वो उनके लिए जो उसके घराने के, जो उसके चुने हुए लोग हैं, खुदा के लोग हैं, बल्कि उनके बच्चों पर, उनके पर और उनके औलाद पर। अब तीसरी जो वजह है कि जिसकी बात आज हम कर रहे हैं कि सम सीक्रेट गॉड जो रिवेल्ड की, जो ओल्ड टेस्टामेंट में ही नेवर रिवेल्ड टू एनीबॉडी इवन टू स्पेशल पीपल। स्पेशल पीपल में क्या थे? रास्तबाज, और रास्तबाज में प्रॉफिट्स थे, नबी थे, दाऊद था, इस तरह के लोग थे जो खुदा के, जिन पर खुदा ने जिनको स्पेशल कहा। लेकिन जिसकी हम आज स्टडी कर रहे हैं वो कहता है कि उनमें से भी स्पेशल पीपल पर भी वो कभी ना भेद खोला। जिस भेद की हम बात कर रहे हैं ना, यानी उस भेद की जो तमाम ज़मानों और पुश्तों से पोशीदा रहा,
तमाम ज़माने, हर टाइम से और हर पुश्त से, हर एक तरह के लोगों से सीक्रेट रहा, लेकिन अब उनके मुकद्दसों पर, मुकद्दस कौन है? इट्स ओनली रिवेल टू क्रिश्चियंस, बॉर्न अगेन क्रिश्चियन पर, जो मसीह यीशु पर ईमान रखते हैं, जो उसको अपना खुदावंद मानते हैं। जो भेद, ये इसको कहते हैं सेक्रेट सीक्रेट, और उन लोगों पर खोली गई जो उसके सेक्रेट लोग थे। सेक्रेट, मुकद्दसीन पर मुकद्दस भेद को खोला गया, सिर्फ उसके लोगों पर लिखा है, उसके उन मुकद्दसों पर ज़ाहिर हुआ जिन पर खुदा ने ज़ाहिर करना चाहा, सिर्फ मुकद्दसीन। और उसमें आपको पता है मुकद्दसीन कौन है? रिडीम्ड वन, छुड़ाए हुए, जो उसके खून से छुड़ाए गए हैं, जो मसीह यीशु की कुदरत की वजह से बचाए गए हैं। इसको आप कह सकते हैं मत्ती से लेकर रेवलेशन तक, दैट इज अ न्यू रेवलेशन, नया भेद था। जो ओल्ड टेस्टामेंट का जितना तक नॉलेज था, जो तो वो मलाकी तक एंड था, लेकिन बियॉन्ड मलाकी आज भी ज्यूइश या दूसरी कौम जो ओल्ड टेस्टामेंट बिलीव करते हैं, जो न्यू टेस्टामेंट पे बिलीव नहीं करते, उनसे ये आज भी छुपा हुआ है। आज भी उनके लिए भेद था मसीह यीशु का। और उस भेद में क्या था? अगर उसको मैं टाइटल दे दूं तो उसका टाइटल है मसीह यीशु। और वो उसमें क्या था? तजस्सम। ओल्ड टेस्टामेंट में कोई यहूदी ये तस्वर नहीं कर सकता कि खुदा एक इंसान बन के, गॉड बिकमिंग अ मैन। तजस्सम एक बहुत बड़ा भेद था, एक खुदा का इंसानी शक्ल में आना भेद है, मसीह का मुजस्सम होकर आना। ये ओल्ड टेस्टामेंट के तमाम नबियों, तमाम रसूलों, तमाम से छुपी हुई थी बात। किसी नबी ने ऐसी बात, उनको ये पता था मसाया विल कम, लेकिन किसी ने ये नहीं कहा कि मसाया विल कम एज ए गॉड, सन ऑफ गॉड बन के आएगा। उसके बाद इवन हम देखते हैं कि चर्च जो है, चर्च के बाद के एक नया ग्रुप, एक न्यू बॉर्न क्रिएशन खुदा करेगा, जिसको हम नई क्रिएशन कहते हैं। ये भी एक भेद था। कलीसिया भी एक भेद है, उसको हम मुजस्सम होके आना, जैसे हम जॉन चैप्टर 1 में। और इसराइल का अनबिलीफ, ओल्ड टेस्टामेंट में कभी कुछ सोच नहीं सकता कि इसराइल एक ऐसे एज पे पहुंचेगी, एक ऐसा टाइम आएगा कि टोटली खुदा से बरगश्ता हो जाएगी। और ये कौम एक दफा नहीं कई दफा खुदा से दूर हुई। अनबिलीफ ऑफ इसराइल। और रोमियो चैप्टर 11 में उसके बारे में बड़ा तफसील से लिखा हुआ है। उसके बाद दुल्हन, ब्राइड के बारे में, दैट इज द ब्राइड ऑफ क्राइस्ट, दैट इज द मिस्ट्री। It was never revealed in Old Testament. It revealed in New Testament. Bride of Christ. उसके बाद rapture of the church. कलीसिया को उठाया जाना, that was also mystery. ये भी एक भेद था पुराने जमाने में। और किसी ने, और एक हमने रेवलेशन में स्टडी किया था चैप्टर 17 में, एक कह सकते हैं कि फॉर्म ऑफ वर्ल्ड वाइड ईवल, कि इस तरह की ईवल होगी दुनिया में कि पूरा बेबीलोन जब तबाह होता है तो सारा कुछ, ये एक ईवल इस तरह का। और ये भी एक भेद, मिस्ट्री रिलीजन, और वहां से शुरू हुआ। दीज थिंग्स नेवर सीन इनटू द ओल्ड टेस्टामेंट, दिस अनफोल्ड इन न्यू टेस्टामेंट। और हम कह सकते हैं वी आर द प्रीचर ऑफ न्यू टेस्टामेंट। लिखा हमने पढ़ा था ना, हम नए अहद के खादम बने, किसके? न्यू टेस्टामेंट के प्रीचर और सर्वेंट हैं। और मैं कह सकता हूं आई एम द मिनिस्टर ऑफ मिस्ट्री। जो आज के खादम है उस भेद के खादम है जो खोला गया, और खुदा कहते हैं इसको खोल दिया। और जो ओल्ड टेस्टामेंट पे किसी पर नहीं खोला गया, न्यू टेस्टामेंट पे सब पे खोला गया, जो मसीह यीशु पर बिलीव करते हैं, उन सब पर।
जो भी वो समझना शुरू कर देते हैं, वो मसीह के कामों को, मसीह के भेद को, मसीह की अलूहियत को, मसीह के जलाल को, मसीह की शान को समझना शुरू कर देते हैं। और सिर्फ उन पर जो खुदा यीशु पर मसीह ਕਿਸੇ ਨੇ ਜੋ ਨਬੀ ਨੇ ਲਿਖਿਆ ਹਾਂਜੀ। ਆਖਰੀ ਦਿਨਾਂ ਦੇ ਵਿੱਚ ਜੋ ਨਬੀ ਦਾ बिल्कुल हाँ, उन्हें क्या कि आखिरी दिन तो मैं अपनी रूह नूं ਹਾਂ ਆਤਮਾ ਭੇਜੂਗਾ ताकि वो ताडे बेटे बेटियां नबूवत करनगे ते हाँ जी, ਬਹੁਤ ਖੁਦਾ ਦਾ ਕੰਮ ਹੋਊਗਾ। ਉਹਨਾਂ ਲਈ ਇੱਕ ਭੇਦ ਇਸ ਲਈ ਕਹਿੰਦੇ ਕਿ 올ਡ ਟੈਸਟਾਮੈਂਟ 'ਚ ਉਹਨਾਂ ਨੂੰ ਇਹ ਜ਼ਰੂਰ ਸੀ ਮਸਾਇਆ ਵਿਲ ਕਮ, और जैसा कि हम पढ़ते हैं कि ये शुरू से इस्राइल जानते थे कि खुदा का ये प्लान है कि मसाया है, लेकिन एक बात वो इग्नोर कर गए जिसमें हमने खरूज में पढ़ा था, खुदा की ख्वाहिश है कि वो मेरे लिए एक मकदस बनाए ताकि मैं उनके दरमियान में सुकूनत करूं। लेकिन यहाँ तक तो वो बिलीव करते थे कि हैकल बना दी है, यहाँ पर खुदा की जरूरी होगी, दैट्स ऑल। अब भी ये होगा, हैकल दोबारा बिल्ट हो जाएगी, खुदा की जरूरी होगी, हम कुर्बानियां करें, दैट्स। लेकिन ये भेद उनके से अबव था, सी मिस्ट्री थी। मसाया विल कम एज ए गॉड, नॉट इवनली अमंग देम, विद देम, बल्कि इन देम। ये है खास। ये सारी बातें मैंने जो मुख्तसर आपको बताई हैं कि मिस्ट्री ऑफ चर्च है, मिस्ट्री ऑफ रैप्चर और मिस्ट्री ऑफ दिस, लेकिन मेजर बात ये है जो अगली आयत हम पढ़ें, अगर 27वीं आयत में लिखा है, जिन पर खुदा ने ज़ाहिर करना चाहा कि गैर कौमों में उसके भेद की जलाल की दौलत कैसी कुछ है, और वो ये है कि मसीह जो जलाल की उम्मीद है तुम में रहता है। ये थी एक बहुत बड़ी भेद की बात, मिस्ट्री ਮਸੀਹ ਤੁਹਾਡੇ ਵਿੱਚ ਹੈ। विच रहेगा। और ये आज तक ना तो किसी रिलीजन में, ना ही किसी ग्रुप में किसी सोचा नहीं कि गॉड कैन लिव इन आपकी इस गुनाहगार इस शरीर में। और वो कहता है कि to them God will to make known what are the riches of the glory of this mystery among the Gentiles। और दूसरी उनके समझने के सरों से जो यहूदियों के गुजर की बात, नॉट इवन Jewish, Gentiles, गैर कौम जिनको वो बिल्कुल समझते हैं कि न चीज हकीर और कुत्तों जैसा समझते थे, तो खुदा कहता है उनके अंदर मैं बसूंगा। जेंटाइल्स गैर कौमों के अंदर, और उस भेद के जलाल की दौलत कैसी कुछ है, और वो ये है कि मसीह जो जलाल की उम्मीद है तुम में रहता है। वो कहता है जिसकी मुनादी करके हम हर एक शख्स को नसीहत करते। और हमारा मैसेज क्या है, व्हाट इज वी प्रीचिंग, गॉड वांटेड टू लिव इन यू। ये था उनका असल में मैसेज कि खुदा तुम्हारे अंदर। लोग आज तक किसी भी रिलीजन से पूछ ले, हिंदुओं से, मुस्लिम से, बुद्धिस्ट से, एनी रिलीजन, यहूदियों से, कि कभी उनका ये तसव्वुर नहीं कि खुदा हमारे अंदर आके, बल्कि साथ भी नहीं कोई तसव्वुर करता, बल्कि कहते हैं हाँ एक जगह मखसूस है जहाँ पे खुदा है, वहाँ जाओ, उसकी पूजा करो उसके, और उसके करीब नहीं, यानी कि रिलेशन का तो कभी किसी रिलीजन में तसव्वुर ही नहीं। रिलेशन भी है खुदा दे नाल। ਤੁਸੀਂ मतलब कि फिर भी इंडिया तो वो ਤੁਹਾਡੀ बैकग्राउंड मतलब कि ना ਤੇ ਤੁਹਾਨੂੰ ਪਤਾ ਹੈ ਕਿ ਹਿੰਦੂ ਰਿਲੀਜਨ ਜਾਂ ਸਿੱਖ ਰਿਲੀਜਨ ਚ ਕਦੀ ਇੰਜ ਨਹੀਂ ਹੋਇਆ, ਬਲਕਿ ਖੁਦਾ ਤੇ ਛੱਡੋ, ਕਿਸੇ ਗੁਰੂ ਤੇ ਕਿਸੇ ਵੱਡੇ ਕਿਸੇ ਪੰਡਤ ਜਾਂ ਕਿਸੇ ਮਹਾਨ ਬੰਦੇ ਦੇ ਨਾਲ ਤੁਹਾਡਾ ਤਾਲੁਕ ਨਹੀਂ ਬਣ ਸਕਦਾ। ਤੁਸੀਂ ਉਹਦੇ ਕੋਲ ਵੀ ਜਾ ਕੇ ਥਰ ਕੰਮ ਕੇ ਪੈਰਾਂ ਨੂੰ ਹੱਥ ਲਾਓ, ਉਹਦੇ ਨਹੀਂ ਕਿ ਛੋਟੇ ਹੀ ਹੋ ਤੁਸੀਂ। ਠੀਕ ਹੈ, ਖੁਦਾ ਨੇ ਤੁਹਾਨੂੰ ਆਪਣਾ ਬਣਾ ਲਿਆ, ਗਲੇ ਲਾ ਲਿਆ, ਸੰਤਾਨ ਬਣਾ ਲਿਆ। ਬਹੁਤ ਵੱਡੀ ਗੱਲ। ਉਹਨਾਂ ਨੇ ਉਹ ਦੇਖੋ, ਹਾਲਾਂਕਿ ਇਹਦੀ ਨਿਸ਼ਾਨੀਆਂ ਇਸ਼ਾਰੇ ਸਨ ਕਲਾਮ ਮੁਕੱਦਸ ਦੇ ਵਿੱਚ। ਜ਼ਬੂਰ 110 ਦੇ ਵਿੱਚ ਦਾਊਦ ਕਹਿੰਦਾ ਖੁਦਾਵੰਦ ਨੇ ਮੇਰੇ ਖੁਦਾਵੰਦ ਸੇ ਕਹਾ ਹੈ
ان کے لیے یہ بڑی عجیب بات تھی کہ داؤد نے کہہ بھی دیا وہ داؤد کا بیٹا بھی ہوگا اور داؤد کا خداوند بھی، کیونکہ داؤد کی نسل سے آئے گا اس لیے داؤد کا بیٹا کہلایا. لیکن داؤد نے اس کو خداوند بھی مان لیا. خداوند نے اپنے خداوند نے میرے خداوند سے کہا کہ جب تک میں تیرے دشمنوں کو تیرے پاؤں کی چوکی تلے نہ کر. خداوند نے میرے خداوند سے کہا. یہ تھی مسٹری، کرائسٹ ان یو، نیو ٹیسٹامنٹ، دا ٹروتھ آف منسٹری. یہ ہے جو پرانے عہد نامے کے نبیوں اور مقدسین سے سب کچھ چھپا ہوا تھا. اور اگر کوئی کہے نا کہ آئی بلیو ان اولڈ ٹیسٹامنٹ کمپلیٹلی فرام بگننگ ٹو اینڈ اینڈ ڈزنٹ بلیو ان نیو ٹیسٹامنٹ، آپ کیا سمجھتے ہیں؟ ہی ڈوم ٹو ہیلپ. اس کا مطلب ہے کہ اولڈ ٹیسٹامنٹ ونڈرفل، لیکن اس میں جو پرومسز، جو وعدے جو کیے گئے تھے وہ نئے عہد نامہ میں پورے ہوتے ہیں. اگر آپ وہاں آ کے مالاکی پہ سٹاپ ہو جاتے ہیں تو آپ کو تو پتہ ہی نہیں کیا جو چیزیں وہاں پہ کھل نہیں سکی وہ سارا کچھ وہاں کے نیو ٹیسٹامنٹ میں آ کے کھلتا ہے. دس از دا مسٹری. یہ وہ مسٹری نہیں جیسے میں کہتے ہیں آج دنیا میں کہ سم سیکرٹ ٹیچنگ، سم سیکرٹ رائٹنگ اور سم کائنڈ آف سیرامنی، جو کچھ ایسے گروپ ہیں جو ان میں کچھ سیکرٹ، کچھ بھید، کچھ مسٹریز ہوتی ہیں جو خاص لوگوں تک خاص آپ دیکھیں کہ ہوتی ہیں. آپ کسی میں ریلیجن میں چلے جائیں، جو بڑے بڑے لوگ ہیں، پنڈت ہیں، گرو ہیں، یا بڑے بڑے گدی نشین ہیں، کچھ سیکرٹ ان کے پاس ہیں اور وہ ان کے پاس ہیں، جو ان کے اپنے، وہ کسی قریب کو نہیں بتاتے ہی نہیں کچھ. وہ سمجھتے ہیں کہ جب تک یہ ہمارے پاس ہے ہم بڑے ہیں، ہم کسی کو. اور یہ اس طرح کی سیکرٹ نہیں، یہ اس طرح کی مسٹری نہیں ہے. نہ یہ سم کائنڈ آف بیبلونین مسٹیکل ریلیجن، مسٹری آف ریلیجن. یہ وہ مسٹری ہے جس کو کہہ سکتے ہیں کہ جو پرانے دور میں سب سے پوشیدہ تھی، اب وہ ظاہر ہو چکی ہے. اور وہ کن پر ظاہر کی ہے؟ جن پر اس نے ظاہر کرنا چاہا. اور کن پر اس نے ظاہر کیا؟ اپنے مقدسوں پر ظاہر اس نے کیا. اسی میں اگر آپ دیکھیں تو چیپٹر 2 جائیں ذرا، چیپٹر 2 ورس 2 اور 3 پڑھیں اسی کی. تو یہ دیکھو جسمانی صورت کہتا ہے کہ میں چاہتا ہوں تم جان لو کہ تمہارے لدیکیا والوں اور ان سب کے لیے جنہوں نے میری جسمانی صورت دیکھی کیا حجاب شانی. یعنی کہ کبھی فزیکلی طور پہ انہوں نے نہیں اس کو دیکھا، یہ صرف ان کو لیٹر لکھلا. لیکن وہ کہتے ہیں تمہارے لیے میں روحانی جسمانی شکل نہیں دیکھی، میرا روحانی طور پہ میرا دل بالکل تہاڈے نال اس طرح ہی. غیر قوموں میں اس بھید کے جلال کی دولت کیسی کچھ ہے کی ہے؟ دا riches آف دا گلوری آف دا مسٹری. اگر آپ جاننا چاہیں کہ ہاؤ رچ یو آر ان کرائسٹ، جسٹ کبھی بھی جا کے تو پال کے خطوں میں جہاں بھی riches کا ذکر آیا ان سب کو نکال کے پڑھیں تو آپ کو پتا چلے گا کہ why and how and what is talking about, what kind of riches is talking. یہاں پہ اس نے کہا ہے کہ غیر قوموں میں اس بھید کے جلال کی دولت کیسی کچھ ہے، اور وہ یہ ہے کہ مسیح جو جلال کی امید ہے. بلکہ آگے اگر آپ جا کے پڑھیں تو اس میں پالوس رسول ہمیشہ آپ کو یاد ہوگا قید میں بھی ہے تو وہ ہمیشہ اس کا مکمل یقین تھا کہ آئی ایم richest person in the world. یہ خیال نہیں تھا اس کا یا اس کا ایسے ہی، اس کا یقین تھا. وہ ہمیشہ کہتا ہے کہ میرے پاس سب کچھ ہے، بلکہ ابنڈنٹ کثرت سے ہے. کیا تھا؟ کون سی دولت کی بات کرتا ہے؟ تو اسی لیے اگر آپ نے دیکھنا ہے کہ ہاؤ riches he was, he always talk about riches. بلکہ Ephesians chapter 1 verse 18 میں کہتا ہے اور تمہارے دل کی آنکھیں روشن ہو جائیں تاکہ تم کو معلوم ہو کہ اس کے بلانے سے کیسی کچھ امید ہے اور اس کے جلال کی دولت مقدسوں میں کیسی کچھ ہے. riches of his glory.
اور اسی بک کے چیپٹر 3 ورس 60 میں لکھا ہے کہ وہ اپنے جلال کی دولت کے موافق تمہیں یہ عنایت کرے کہ تم اس کے روح سے اپنی باطنی انسانیت میں بہت ہی زوراور ہو جاؤ. اپنے جلال کی دولت کے موافق. بلکہ میں اس کے نکالیں ذرا افسیوں 4 تو پڑھی ہے نا, اگر تے پتا چلے گا کہ خدا نے اگر ساڈے نال محبت کیتی تو او دے نال صرف محبت ہی نہیں کیتی بلکہ سانو کیڑی مقام تے بٹھا چھڈیا, کی سانو کیتا. لکھا چنانچہ اس نے ہم کو بنائے عالم سے پیشتر اس میں چن لیا تاکہ ہم اس کے نزدیک محبت میں پاک اور بے عیب ہوں. اچھا 7ویں آیت. ہم کو اس میں اس کے خون کے وسیلہ سے مخلصی یعنی قصوروں کی موافق اس کے اس فضل کی دولت کے موافق حاصل ہے. ٹھیک ہے, اس کی رچز کے مطابق. آگے 8ویں آیت. جو اس نے ہر طرح کی حکمت اور دنائی کے ساتھ کس طرح کثرت سے ہم پر نازل کیا. آگے ورس 9 میں پھر وہ بھید کی بات کرتا ہے. چنانچہ اس نے اپنی مرضی کے بھید کو اپنے اس نیک ارادہ کے موافق ہم پر ظاہر کیا جسے اپنے آپ میں ٹھہرا لیا تھا تاکہ زمانوں کے پورے ہونے کا ایسا انتظام ہو کہ مسیح میں سب چیزوں کا مجموعہ ہو جائے, خواہ وہ آسمان کی ہوں خواہ زمین کی. اسی میں ہم بھی اس کے ارادہ کے موافق جو اپنی مرضی کی مسلط سے ہم سب کچھ کرتا ہے پیشتر سے مقرر ہو کا میراث بنے. اب تاکہ ہم جو پہلے سے مسیح کی امید میں تھے اس کے جلال کی ستائش کا باعث ہوں, اور اسی میں تم پر بھی جب تم نے کلام حق کو سنا جو تمہاری نجات کی خوشخبری ہے اور اس پر ایمان لائے, پاک مودع روح کی مہر لگی. وہی خدا کی ملکیت کی مخلصی کے لیے ہمارے میراث کا بیانہ ہے تاکہ اس کے جلال کی ستائش ہو. آیت میں اور ہم ایمان لانے والوں کے لیے اس کی بڑی قدرت کیا ہی بے حد ہے اس کی بڑی قوت کی تصویر کے موافق. اب جو اس نے مسیح میں کی ہے اسے مردوں میں سے جلا کر اپنی دہنی طرف سمانی مقاموں پر بٹھایا اور ہر طرح کی قوت اور اختیار اور قدرت اور ریاست ہر ایک نام سے بہت بلند کیا جو نہ صرف اس جہان میں بلکہ آنے والے جہان میں بھی لیا جائے گا, اور سب کچھ اس کے پاؤں تلے کر دیا اور اس کو سب چیزوں کا سردار بنا کر کلیسیا کو دے دیا, اور یہ اس کا بدن ہے اور اسی کے مموری جو ہر طرح سے سب کا ممور کرنے والا ہے. ہم بار بار پڑھتے ہیں کہ خدا یسوع مسیح ان یو, ٹھیک ہے, اور سارے خزانے جیسے کہ میں نے پڑھا تھا, آپ نے پڑھا نیکسٹ چیپٹر میں چیپٹر 2 ورس 3 پڑھ لے, پھر اس کے بعد ہم اینڈ کریں گے کہ اصل میں ہم کس طرح ریچ ہیں, کس طرح حکمت اور معرفت کے تمام خزانے کس میں پوشیدہ ہیں, چھپے نہیں, کس میں, مسیح یسوع میں. all wisdom and knowledge کس میں چھپا ہوا ہے, مسیح یسوع میں. all wisdom غور نال جس میں حکمت اور معرفت کے خزانے پوشیدہ ہیں. in whom are hidden all the treasures of wisdom and knowledge in Christ and Christ in you. سارا کچھ اس میں اور وہ آپ میں. تو how rich you are. جب آپ مسیح کو اپناتے ہو تو وہ سارا کچھ آپ اپنا لیتے ہو, سارے گیان تے سارے بھیت تے سارے خزانے جڑے نے نالج دے اور یسوع چ نے, تے جدوں یسوع تہاڈے زندگی چ آ جاندا ہے وہ سارا کچھ لے کے آتا ہے. دیٹ از ایکچولی مسٹری. چھپے خزانے ہوئے بالکل. ہاللویا. رومنس میں ایک آیت پڑھنا, رومین چیپٹر 9 ورس 23. اور یہ اس لیے ہوا کہ وہ اپنے جلال کی دولت رحم کے برتنوں کے ذریعے سے آشکارا کرے جو اس نے جلال کے لیے پہلے سے تیار کیے تھے. ان برتنوں میں مٹی کے برتن وہ ہم کو یہ جو تیار کیے ہیں بنائے عالم سے پہلے, یہ ان میں اشکارا کرنا چاہتا ہے, ان میں ریویل کرنا چاہتا ہے, جس کو اگر ہم انگلش میں پڑھے تو لکھا اینڈ
that he might make known the riches of his glory on the vessels of mercy which he had prepared beforehand for glory. 9 ਦਾ ਕਿੰਨਾ ਦੱਸਿਆ ਸੀ? 23. ਬਲਕਿ ਅੱਗੇ ਅਸੀਂ ਅਗਰ ਚੈਪਟਰ 11 ਉਹਦੀ ਵਰਸ 33 ਪੜ੍ਹੀਏ ਤੇ ਉਹਦੇ ਚ ਵੀ ਬਿਲਕੁਲ ਇਸੇ ਤਰ੍ਹਾਂ ਦੀ ਗੱਲ ਉਹ ਕਹਿੰਦਾ ਹੈ, वो खुदा की दौलत और हिकमत और इल्म क्या ही अमीक है, उसके फैसले किस कदर अदराक से परे हैं और उसकी राहें क्या ही बेनिशान हैं. यानी कि अगर आप इस पे गौर करें तो आप क्या आपको पता चलता है, रिचेस इन मर्सी, riches in wisdom, riches in knowledge, riches in grace, riches in love, riches in everything and deposit in us. This all. अगर कोई भी मसीह यसू को हकीकी तौर पर अपना मसीह मानता है, अपना बना लेता है, तो वो क्या होता है, वो उसकी सारी इस रिचेस को अपना लेता है. क्यों वो अपना लेता है और क्यों ऐसा होता है? खुदा का प्लान क्या है, खुदा की मर्जी क्या है? खुदा ऐसा चाहता है? खुदा की मर्जी है कि हम उसके इस ज्ञान को जानें, हम उसमें मामूर हों. और रोमियो इफिसियों चैप्टर 3 वर्स 90 में लिखा है, मसीह की उस मोहब्बत को जान सको जो जानने से बाहर है, ताकि तुम खुदा की सारी ममूरी तक मामूर हो जाओ. खुदा हमें उसी तरह, दिस इज द मैसेज ऑफ द मिस्ट्री, ये भेद है. आगे हम इसको आज मेरा ख्याल है चैप्टर 2 को ख़त्म करते हैं. मैं पढ़ के ख़त्म करूँगा. आखिरी जो वर्सेस हैं इसकी 28 और 29. जिसकी मुनादी करके हम हर एक शख्स को एवरीवन नसीहत करते हैं और हर एक को कमाल दनाई से तालीम देते हैं. 2 थिंग, टीचिंग एंड वार्निंग, 2 थिंग है. वार्निंग आप कह सकते हैं नेगेटिव है, लेकिन टीचिंग इज पॉजिटिव. वार्निंग क्या करते हैं कि कमाल दनाई से तालीम देते ताकि हम हर शख्स को मसीह में कामल करके पेश करें. खुदा के सामने वो आपको मामूर करके कामल करके पेश करना चाहते हैं. अगर आप ये सारा कुछ यहाँ तक पढ़ते हैं तो आप कहते हैं इट्स डिफिकल्ट, हाउ कैन वी बी सो प्योर, सो होली, सो राइचियस दैट वी कुड गेन दिस ऑल थिंग. सारी रिचेज हमें मिल जाएं और खुदा की पहचान तक हम कामल हो जाएं और मसीह के कद के अंदाजे तक पहुंच जाएं. तो उसके लिए 29 आयत ना होती तो शायद मैं भी कहता कि ये तो बिल्कुल फजूल है, हम कर ही नहीं सकते, पहुंच नहीं सकते, तो हम क्या करें. 29 आयत में लिखा है, और इसीलिए मैं उसकी कुव्वत के मुआफिक जान फशानी से मेहनत करता हूं जो मुझ में जोर से असर करती है. इसमें बनाने के लिए भी हमें कुछ नहीं, उसकी ही कुव्वत हमें ये बना सकती है. हम कुछ नहीं कर सकते. बल्कि अगर मैं इसको इंग्लिश में पढ़ूं, टू दिस एंड आई ऑल्सो लेबर स्ट्राइविंग अकॉर्डिंग टू हिज वर्किंग विच वर्क्स इन मी माइटली. खुदा की असल में स्टार्ट उसने यही किया था, इससे शुरू किया था. मेरा सोर्स क्या है, मेरा ये खिदमत का सोर्स मिनिस्ट्री में है, जो वह खुदा है जो मुझे इस काबिल बनाता है. अब एंड भी वो इस पे करता है कि उसकी पावर जो मेरे अंदर काम करती है, उसमें ये सब कुछ हो सकता है. हमें सिर्फ मसीह यीशु को अपने ज़िंदगी में, मैं समझता हूँ कि कबूल करके उसको पूरे अपने आप को सरेंडर करने की ज़रूरत है, ताकि हम उसकी इस सारी रिचेस को, और दिस इज़ द मैसेज ऑफ द क्रॉस. दिस इज़ एक्चुअली कह सकते हैं कि दुनिया में अगर आप किसी के साथ जाके शेयर करते हैं कि व्हाट इज़ द गॉस्पेल, गॉस्पेल इज़ अ मिस्ट्री ऑफ गॉड. भेद जो ज़मानों पे नहीं खुला, आज खुला है कि मसीह यीशु जिसमें हिकमत और मार्फत और हर चीज़ के ख़जाने हैं, वो तुम में रहना चाहता है. ही वॉन्टेड टू ਜਦੋਂ ਮਸੀਹ ਤੁਹਾਡੀ ਜ਼ਿੰਦਗੀ ਚ ਆਉਂਦਾ ਤੇ ਉਹ ਸਾਰੀ ਸ਼ਕਤੀ ਆ ਜਾਂਦੀ ਹੈ ਤੇ ਤੁਹਾਨੂੰ ਉਹ ਇਸ ਕਾਬਿਲ ਬਣਾ ਦਿੰਦਾ ਕਿ ਤੁਸੀਂ ਇਹ ਕਰ ਸਕੋ. ਆਮੀਨ. ਅਸੀਂ ਖੁਦਾਵੰਦ ਨੇ ਚਾਹਿਆ ਤੇ ਨੈਕਸਟ ਵੀਕ ਦੂਸਰਾ ਚੈਪਟਰ ਸਟਾਰਟ ਕਰਾਂਗੇ ਤੇ ਇਸ ਵੰਡਰਫੁਲ ਜਿਹਦੀ ਚੰਦ ਅਸੀਂ ਝਲਕਾਂ ਦੇਖੀਆਂ ਨੇ ਤੇ ਉਹਦੇ ਲਈ ਦੁਆ ਕਰਾਂਗੇ.